ਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। श्री अर्जन बिघ्नन के नासक, बिघ्नन के नासक। श्री हरगोबिंद शुभ सुमत प्रकाश। श्री हर राय नमो कर जोरी, नमो कर जोरी। गुरु हर कृष्ण मनाए बहोरी। गुरु तेग बहादुर परम किरपाला, परम किरपाला। श्री गुरु गोबिंद सिंह बेसाला। तरों तरा पर पुन पुन सीसा जी, पुन पुन सीसा। बंदों बार बार जगदीसा। जिसमें अमृत ज्ञान है माणक भगत बैराग। श्री गुरु ग्रंथ साहिब उदित बंदों कर अनुराग। एक ओंकारा सतगुरु तेह प्रसाद सच होए। वाहिगुरु जी की फतेह बिघ्न विनाशन सोए। पठियो शाह उमराव जो तुरन, पहुँच्यो जाए पिखे गुरपूरन। करी बंद की जुग कर जोरे, बैठ कहियो पद शाहो निहोरे। कनी बंद की तुम सौ ररी, रछया मोर आपने करी। सच्चे पातशाह गरीब नवाज दीन दुनिया दे मालक, चबर छत्र तखत दे मालक, समरथ गुरु परतख गुरु, दीन दयाल कृपाल, अंतरजामी पूਰਨ पार ब्रह्म परमेश्वर। वाहिगुरु अकाल पुरख जी दा सरगुण स्वरूप। धन 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 सतगुरु गरीब नवाज। धन धन सतगुरु श्री गुरु ग्रंथ साहिब जी महाराज। श्री गुरु ग्रंथ साहिब जी महाराज। बड़े ही प्यार दे नाल सारियां संगतां दोवें हथ जोड़ के गज के उचारण करो जी। धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। सतगुरु जी दी पवित्र पावन हाजरी विखे सुभाए मन संगत जी। आप जी बड़े ही प्यार दे नाल बैठ के गुरबाणी जी दा पाठ आप जी ने सरवण कीता। कुछ सਮਾं लड़ीवार गुरु घर दा महान पवित्र इतिहास आपां ने सरवण करना है। सारियां संगतां जितने भी आप जी सच्चे पातशाह महाराज जी दी हाजरी दे विच जुड़े होए हो, सारी संगत प्यार नाल गज के फतेह बुलाओ जी। वाहिगुरु जी का खालसा, वाहिगुरु जी की फतेह। लड़ीवार कथा सतगुरु धन धन श्री गुरु हरगोबिंद साहिब जी दी आप जी सरवण कर रहे हो। श्री गुरु हरगोबिंद साहिब जी ग्वालियर दे किले विच हन। सत संगत जी भाई जेठा जी बादशाह नूं शेर बन के डराउंदे हन। बादशाह गुरु जी नूं छड्डण वास्ते तैयार हो गया। उधर जदों भाई जेठा जी सतगुरु जी की हाजरी दे विच पहुँचे हन, गुरु जी ने भाई जेठा जी नूं ताड़ना वाले भी बचन कीते, सिक्ख्या वाले बचन भी कीते कि तुहाडी जिहड़ी अजे शक्ति है
ਉਹ ਇਸ ਤਰੀਕੇ ਨਾਲ ਹੈ ਜਿਵੇਂ ਘੜੇ ਦੇ ਵਿੱਚ ਪਾਣੀ ਹੁੰਦਾ ਹੈ ਜੀ, ਤੇ ਗੁਰੂ ਸਾਹਿਬ ਦੀ ਸ਼ਕਤੀ ਵਗਦਾ ਦਰਿਆ ਹੈ। ਸਾਰੇ ਬਚਨ ਸਿੱਖਿਆ ਵਾਲੇ ਸੁਣ ਕੇ ਭਾਈ ਜੇਠਾ ਜੀ ਹੈਰਾਨ ਵੀ ਹੋਏ। ਗੁਰੂ ਜੀ ਨੇ ਭਾਈ ਜੇਠਾ ਜੀ ਨੂੰ ਬਚਨ ਕੀਤਾ ਵੀ ਤੁਹਾਨੂੰ ਦੰਡ ਮਿਲਣਾ ਚਾਹੀਦਾ ਹੈ। ਭਾਈ ਜੇਠਾ ਜੀ ਨੇ ਬਾਬਾ ਬੁੱਢਾ ਜੀ ਦਾ ਨਾਮ ਲਿਆ। ਬਾਬਾ ਬੁੱਢਾ ਜੀ ਨੇ ਅੱਗੋਂ ਮਾਤਾ ਜੀ ਦਾ ਨਾਮ ਲੈ ਲਿਆ। ਇਹ ਸਾਰੀ ਕਥਾ ਤੁਸੀਂ ਸੁਣੀ ਹੈ ਸਾਧ ਸੰਗਤ ਜੀ। ਕੱਲ ਦੇ ਪ੍ਰਸੰਗ ਵਿੱਚ ਇਹ ਸਾਰੀ ਗੱਲ ਆਈ ਹੈ। ਉਧਰੋਂ ਸਤਿਗੁਰੂ ਜੀ ਦੀਆਂ ਫੌਜਾਂ ਤੇ ਗੁਰੂ ਜੀ ਦੇ ਘੋੜੇ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਜੀ ਦੇ ਘੋੜੇ ਜਿਹੜੇ ਹਨ ਉਹ ਸਾਧ ਸੰਗਤ ਜੀ ਆਗਰੇ ਦੇ ਵਿੱਚ ਹਨ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ, ਧੰਨ ਧੰਨ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਡਿਊਟੀ ਲਾਉਂਦੇ ਹਨ। ਬਾਬਾ ਜੀ ਨੂੰ ਮਹਾਰਾਜ ਜੀ ਨੇ ਕਿਹਾ ਹੈ ਕਿ ਤੁਸੀਂ ਜਾਓ, ਸਾਡੀਆਂ ਫੌਜਾਂ ਘੋੜਿਆਂ ਸਾਰਿਆਂ ਦਾ ਧਿਆਨ ਰੱਖੋ। ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਅੱਜ ਤੱਕ ਉਹ ਜਿਹੜੀ ਜਗ੍ਹਾ ਹੈ ਉਹ ਸਾਧ ਸੰਗਤ ਜੀ ਬਾਬਾ ਬੁੱਢਾ ਜੀ ਦੇ ਨਾਮ ਤੋਂ ਜਾਣੀ ਜਾਂਦੀ ਹੈ। ਹੁਣ ਆਪਾਂ ਅੱਗੋਂ ਕਥਾ ਸਰਵਣ ਕਰਨੀ ਹੈ। ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜੋ, ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। 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 ਸਭ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਕਨੀ ਬੰਦ ਕੀ ਪਠਿਓ ਤੁਮ ਸ਼ਾਹ। ਸੋ ਰਰੀ। ਇੱਥੋਂ ਪੜੋ। ਪਠਿਓ ਸ਼ਾਹੋ ਉਮਰਾਵ ਜੋ ਤੁਰਨ। ਬਾਦਸ਼ਾਹ ਨੇ ਜਿਹੜਾ ਭੇਜਿਆ ਉਮਰਾਵ ਹਾਕਮ, ਇੱਕ ਹਾਕਮ ਨੂੰ ਭੇਜਿਆ ਵੀ ਛੇਤੀ ਜਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਲਿਆ। ਮਹਾਰਾਜ ਜੀ ਨੂੰ ਬੇਨਤੀ ਕਰ ਵੀ ਸੱਚੇ ਪਾਤਸ਼ਾਹ ਆਪ ਕਿਲੇ ਚੋਂ ਬਾਹਰ ਆਓ। ਸਾਧ ਸੰਗਤ ਜੀ, ਉਹ ਹਾਕਮ ਜਿਹੜਾ ਹੈ ਬੜੀ ਛੇਤੀ ਦੇ ਨਾਲ ਗਿਆ ਜੀ, ਗਵਾਲੀਅਰ ਵਿੱਚ ਗਿਆ। ਸਤਿਗੁਰੂ ਜੀ ਦੇ ਦਰਸ਼ਨ ਕੀਤੇ। ਗੁਰੂ ਜੀ ਦੇ ਦਰਸ਼ਨ ਕਰਕੇ ਉਹਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ। ਪਹੁੰਚਿਓ ਜਾਏ ਪਿਖੇ ਗੁਰ ਪੂਰਨ। ਹਾਂਜੀ, ਕਰੀ ਬੰਦ ਕੀ ਜੁਗ ਕਰ ਜੋਰੇ। ਹੱਥ ਜੋੜੇ ਜੀ ਉਸ ਹਾਕਮ ਨੇ। ਹੱਥ ਜੋੜ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ। ਬੈਠ ਕਹਿਓ ਪਦ ਸ਼ਾਹੋ ਨਿਹੋਰੇ। ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਬਾਦਸ਼ਾਹ ਆਪ ਜੀ ਦੇ ਚਰਨਾਂ ਵਿੱਚ ਮੱਥਾ ਟੇਕਦਾ ਹੈ। ਪਹਿਲਾਂ ਨਿਮਰਤਾ ਨਾਲ ਉਹਨੇ ਇਸ ਤਰ੍ਹਾਂ ਆਖਿਆ ਜੀ। ਹਾਂਜੀ, ਕਨੀ ਬੰਦ ਕੀ ਤੁਮ ਸੋ ਰਰੀ। ਮਹਾਰਾਜ ਬਾਦਸ਼ਾਹ ਬਹੁਤ ਹੀ ਪਿਆਰ ਆਪ ਜੀ ਨਾਲ ਕਰਦਾ ਹੈ। ਬੜੇ ਨਮਸਕਾਰ ਕਰ ਕਰਕੇ ਭੇਜ ਰਿਹਾ ਆਪ ਜੀ ਨੂੰ। ਹਾਂਜੀ, ਰਚਿਆ ਮੋਰ ਆਪ ਨੇ ਕਰੀ। ਬਾਦਸ਼ਾਹ ਇਹ ਗੱਲ ਬਾਰ-ਬਾਰ ਕਹਿ ਰਿਹਾ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੇਰੀ ਰੱਖਿਆ ਕੀਤੀ ਹੈ। ਸਭ ਨੂੰ ਦੱਸ ਰਿਹਾ ਹੈ ਵੀ ਸ਼ੇਰਾਂ ਤੋਂ ਮੈਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਾਇਆ ਹੈ। ਹਾਂਜੀ, ਅਬ ਆਵਹੁ ਦਰਸ਼ਨ ਦੇਹੁ ਸੁੰਦਰ। ਆਵਹੁ ਦਰਸ਼ਨ ਦੇਹੁ ਸੁੰਦਰ ਕਹਿੰਦਾ ਮਹਾਰਾਜ। ਬਾਦਸ਼ਾਹ ਕਹਿ ਰਿਹਾ ਹੈ ਆਪ ਬਾਹਰ ਆ ਕੇ ਤੇ ਦਰਸ਼ਨ ਦਿਓ ਮਹਾਰਾਜ, ਦਰਸ਼ਨ ਦਿਓ। ਹਾਂਜੀ, ਏਕਲ ਸਿਮਰਹਿ ਸਿਰਜਣਹਾਰੇ। ਹਮ ਜਬ ਕੇ ਇਸ ਦੁਰਗ ਪ੍ਰਵੇਸ਼ੇ। ਆਖੋ ਵਾਹਿਗੁਰੂ। ਵਾਹਿਗੁਰੂ। ਪੂਰਨ ਗੁਰੂ ਗੁਣਨ ਕੇ ਮੰਦਰ। ਗੁਰੂ ਕਹਿਓ ਇਹ ਥਾਨ ਸੁਖਾਰੇ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਤੇਰੀ ਗੱਲ ਠੀਕ ਹੈ, ਅਸੀਂ ਮੰਨਦੇ ਹਾਂ
ਵੀ ਬਾਦਸ਼ਾਹ ਸਾਨੂੰ ਬਾਹਰ ਆਉਣ ਦੀ ਬੇਨਤੀ ਕਰ ਰਿਹਾ, ਪਰ ਬਾਦਸ਼ਾਹ ਨੂੰ ਆਖੋ ਅਸੀਂ ਕਿਲੇ ਵਿੱਚ ਸੌਖੇ ਹਾਂ। ਕਹਿਣ ਲੱਗੇ ਕਿਉਂ? ਏਕਲ ਸਿਮਰ ਸਿਰਜਣਹਾਰੇ, ਇੱਥੇ ਬੈਠ ਕੇ ਇਕੱਲੇ ਬੈਠ ਕੇ ਅਸੀਂ ਰੱਬ ਦਾ ਨਾਮ ਜਪਣਾ ਹੈ। ਕਹਿਣ ਲੱਗੇ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਆ। ਸਾਧ ਸੰਗਤ ਜੀ, ਜਿਹੜੇ ਸਾਧੂ ਮਹਾਤਮਾ ਹੁੰਦੇ ਆ ਨਾ, ਇਹਨਾਂ ਨੂੰ ਇਕਾਂਤ ਥਾਂ ਉੱਤੇ ਬੈਠਣਾ ਬਹੁਤ ਪਸੰਦ ਹੈ ਜੀ। ਇਕਾਂਤ ਥਾਂ ਉੱਤੇ ਬੈਠਣਾ ਪਸੰਦ ਹੈ, ਜਿੱਥੇ ਬੈਠ ਕੇ ਉਹ ਰੱਬ ਦੀ ਬੰਦਗੀ ਕਰ ਸਕਣ ਜੀ। ਕਿਉਂ? ਆਮ ਦੁਨੀਆ ਨੇ ਆਉਣਾ ਹੈ, ਜਾਣਾ ਹੈ, ਮਿਲਣਾ ਹੈ, ਗੱਲਾਂ ਕਰਨੀਆਂ, ਤੇ ਰੱਬ ਦੇ ਪਿਆਰਿਆਂ ਨੂੰ ਬੰਦਗੀ ਕਰਨ ਵਿੱਚ ਵਿਘਨ ਪੈਦਾ ਹੁੰਦਾ ਹੈ ਜੀ। ਇਸ ਕਰਕੇ ਮਹਾਰਾਜ ਕਹਿਣ ਲੱਗੇ ਵੀ ਸਾਨੂੰ ਇੱਥੇ ਆਨੰਦ ਹੈ, ਬੜੀ ਸ਼ਾਂਤੀ ਹੈ। ਹਾਂਜੀ, ਹਮ ਜਬ ਕੇ ਇਸ ਦੁਰਗ ਪ੍ਰਵੇਸ਼ੇ, ਅਸੀਂ ਜਦੋਂ ਦੇ ਇਸ ਕਿਲੇ ਦੇ ਵਿੱਚ ਪ੍ਰਵੇਸ਼ ਹੋਏ ਹਾਂ, ਨਿਰਪ ਕੈਦੀ ਸੁਖ ਪਾਏ ਵਿਸ਼ੇਸ਼ੇ, ਉਦੋਂ ਦੇ ਨਾਲੇ ਰਾਜੇ ਵੀ ਖੁਸ਼ ਨੇ। ਮਹਾਰਾਜ ਕਹਿਣ ਲੱਗੇ ਕਿਉਂ? ਮੌਤ ਤੋਂ ਵੱਧ ਤਾਂ ਜ਼ਿੰਦਗੀ ਹੋ ਗਈ ਸੀ ਉਹਨਾਂ ਦੀ ਜੀ, ਤੇ ਜਦੋਂ ਦੇ ਮਹਾਰਾਜ ਪਹੁੰਚੇ ਉਹਨਾਂ ਨੂੰ ਸੁੱਖ ਮਿਲਣ ਲੱਗ ਪਿਆ ਜੀ। ਉਹਨਾਂ ਨੂੰ ਲੰਗਰ ਮਿਲਣ ਲੱਗ ਪਿਆ ਜੀ। ਹਾਂਜੀ, ਆਪ ਸੁਖੀ ਪਰ ਕੋ ਸੁਖ ਹੋਏ, ਤੇ ਮਹਾਰਾਜ ਕਹਿਣ ਲੱਗੇ ਜਿੱਥੇ ਰਿਹਾ ਆਪ ਵੀ ਬੰਦਾ ਸੁਖੀ ਹੋਵੇ ਤੇ ਦੂਜਿਆਂ ਨੂੰ ਵੀ ਸੁੱਖ ਮਿਲੇ, ਉੱਥੇ ਰਹਿਣਾ ਚਾਹੀਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਤੇ ਜਿੱਥੇ ਰਿਹਾ ਸੰਗਤ ਜੀ ਬੰਦਾ ਵੀ ਦੁਖੀ ਤੇ ਨਾਲ ਦੇ ਵੀ ਦੁਖੀ, ਉੱਥੇ ਰਹਿਣ ਦਾ ਕੀ ਫਾਇਦਾ ਹੈਗਾ ਜੀ। ਮਹਾਰਾਜ ਕਹਿੰਦੇ ਉੱਥੇ ਰਹਿਣਾ ਚਾਹੀਦਾ ਜਿੱਥੇ ਰਿਹਾ ਅਸੀਂ ਵੀ ਸੁਖੀ ਹੋਈਏ ਤੇ ਸਾਡੇ ਨਾਲ ਦੇ ਵੀ ਸੁਖੀ ਹੋਣ। ਹਾਂਜੀ, ਆਸ ਸ਼ੁਭ ਥਾਨ ਨ ਤਿਆਗਹਿ ਕੋਏ, ਇਹੋ ਜੀ ਥਾਂ ਛੱਡਣੀ ਨਹੀਂ ਚਾਹੀਦੀ ਜੀ। ਇਹੋ ਜੀ ਥਾਂ ਛੱਡਣੀ ਨਹੀਂ ਚਾਹੀਦੀ। ਹਾਂਜੀ, ਸੋਨੇ ਉਮਰਾਵ ਗਇਓ ਚੱਡ ਕਰਕੇ, ਮਤਲਬ ਕਿ ਮਹਾਰਾਜ ਨੇ ਉਹਨੂੰ ਜਵਾਬ ਦੇ ਦਿੱਤਾ ਜੀ। ਜਵਾਬ ਦੇ ਦਿੱਤਾ ਵੀ ਅਸੀਂ ਨਹੀਂ ਕਿਲੇ ਚੋਂ ਬਾਹਰ ਆਉਣਾ। ਗੱਜ ਕੇ ਆਖੋ ਵਾਹਿਗੁਰੂ। ਗਮਨਿਓ ਉਹ ਸੁਣ ਕੇ ਘੋੜੇ ਤੇ ਚੜ ਗਿਆ ਜੀ। ਗਮਨਿਓ ਪੰਥ ਸੀ ਕਰਤਾ ਧਰਕੈ, ਛੇਤੀ ਦੇ ਨਾਲ ਉਹ ਹਾਕਮ ਜਿਹੜਾ ਉਹ ਜਹਾਂਗੀਰ ਕੋਲ ਪਹੁੰਚ ਗਿਆ। ਹਾਂਜੀ, ਜਾਏ ਸ਼ਾਹੋ ਕੇ ਸਾਥ ਸੁਣਾਈ, ਜਾ ਕੇ ਬਾਦਸ਼ਾਹ ਨੂੰ ਇਹ ਕਹਿਣ ਲੱਗਾ, ਕਹੇ ਇਹਾਂ ਹਮ ਰਹੇ ਹਰ ਖਾਈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਕਹਿੰਦਾ ਬਾਦਸ਼ਾਹ ਗੁਰੂ ਸਾਹਿਬ ਕਹਿ ਰਹੇ ਆ ਅਸੀਂ ਸੁਖੀ ਆ, ਜਿੱਥੇ ਹੈਗੇ ਆ ਉੱਥੇ ਆਨੰਦ ਵਿੱਚ ਹਾਂ। ਹਾਂਜੀ, ਕੈਦੀ ਸਗਰੇ ਸੁਖ ਕੋ ਪਾਵੈ, ਨਾਲੇ ਨਹੀਂ ਕੋਈ ਗੱਲ ਨਹੀਂ, ਨਾਲੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿ ਰਹੇ ਨੇ ਵੀ ਅਸੀਂ ਵੀ ਸੁਖੀ ਆ ਤੇ ਰਾਗੀ ਵੀ ਸੁਖੀ। ਵਾਹਿਗੁਰੂ ਨਾਲ ਦੇ ਸਾਥੀ ਵੀ ਸੁਖੀ ਹਨ, ਸਾਡੇ ਰਾਜੇ ਵੀ ਸੁਖੀ ਹਨ ਸਾਰੇ। ਹਾਂਜੀ, ਕਿਮ ਇਹ ਥਾਨ ਤਿਆਗ ਹਮ ਜਾਵੈ, ਇਸ ਕਰਕੇ ਅਸੀਂ ਇਹ ਜਿਹੜੀ ਜਗ੍ਹਾ ਹੈ ਉਹ ਛੱਡ ਕੇ ਨਹੀਂ ਜਾਣੀ। ਹਾਂਜੀ, ਸੁਨ ਬਿਸਮਿਓ ਚਿਤ ਮਹਿ ਬਹੁ ਸ਼ਾਹੂ। ਗੱਜ ਕੇ ਆਖੋ ਵਾਹਿਗੁਰੂ। ਹੁਣ ਬਾਦਸ਼ਾਹ ਤੇ ਸ਼ੇਰਾਂ ਤੋਂ ਡਰਦਾ ਜੀ। ਉਹਨੂੰ ਤੇ ਇਹ ਹੈ ਵੀ ਮਹਾਰਾਜ ਸੱਚੇ ਪਾਤਸ਼ਾਹ ਛੇਤੀ ਨਾਲ ਬਾਹਰ ਆ ਜਾਣ, ਤੇ ਬਾਹਰ ਆ ਜਾਣ ਤੇ ਸ਼ੇਰ ਮੈਨੂੰ ਤੰਗ ਨਾ ਕਰਨ ਜੀ। ਉਹ ਜਦੋਂ ਬਾਦਸ਼ਾਹ ਨੇ ਸੁਣਿਆ ਨਾ ਜੀ, ਬਾਦਸ਼ਾਹ ਬੜਾ ਤੰਗ ਹੋਇਆ ਜੀ। ਹਾਂਜੀ, ਕਿਸ ਕਾਰਨ ਤੇ ਆਏ ਨ ਪਾਹੂ। ਉਹ ਕਹਿੰਦਾ ਨਹੀਂ ਨਹੀਂ ਨਹੀਂ, ਗੁਰੂ ਜੀ ਦੀ ਅਜ਼ਮਤ ਨੂੰ ਜਾਣ ਗਿਆ ਨਾ। ਉਹ ਕਹਿੰਦਾ ਜ਼ਰੂਰ ਕੋਈ ਗੱਲ ਹੈਗੀ ਹੈ, ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗ ਗਿਆ, ਕੋਈ ਵਿਚਲੀ ਗੱਲ ਹੋਰ ਹੈਗੀ ਹੈ। ਹਾਂਜੀ, ਕਰੀ ਹ ਕਾਰਨ ਇੱਛਾ ਜਬ ਤੇ, ਨਿਸਮਹਿ ਤਰਾਸ ਨ ਉਪਜਿਓ ਤਬ ਤੇ। ਵੀ ਮੈਂ ਮਹਾਰਾਜ ਨੂੰ ਛੱਡਣ ਦਾ ਜਿਹੜਾ ਫੁਰਨਾ ਹੈ, ਕਿਲੇ ਚੋਂ ਬਾਹਰ ਕੱਢਣ ਦਾ ਫੁਰਨਾ ਇਸ ਕਰਕੇ ਬਣਾਇਆ ਵੀ ਮੈਨੂੰ ਰਾਤ ਨੂੰ ਡਰ ਨਾ ਲੱਗੇ, ਸ਼ੇਰ ਮੈਨੂੰ ਨਾ ਸਤਾਉਣ,
ਮੈਂ ਪਿਆਰ ਕਰਕੇ ਤੇ ਗੁਰੂ ਸਾਹਿਬ ਨੂੰ ਨਹੀਂ ਨਾ ਕਹਿ ਰਿਹਾ ਵੀ ਬਾਹਰ ਆ ਜਾਓ, ਮੈਂ ਤੇ ਡਰਦਿਆਂ ਮਾਰਿਆ ਮਹਾਰਾਜ ਨੂੰ ਕਹਿ ਰਿਹਾ ਵੀ ਸੱਚੇ ਪਾਤਸ਼ਾਹ ਤੁਸੀਂ ਬਾਹਰ ਆ ਜਾਓ, ਗੱਜ ਕੇ ਆਖੋ ਵਾਹਿਗੁਰੂ। ਤੁਸੀਂ ਬਾਹਰ ਆ ਜਾਓ। ਤੇ ਮੇਰੀ ਇਹ ਗੱਲ ਮਹਾਰਾਜ ਜਾਣਗੇ ਵੀ ਬਾਦਸ਼ਾਹ ਪਿਆਰ ਨਾਲ ਨਹੀਂ ਕਹਿ ਰਿਹਾ। ਚੇਤਾ ਰੱਖਿਓ, ਪਿਆਰ ਨਾਲ ਗੁਰੂ ਸਾਹਿਬ ਕੋਲੋਂ ਜੋ ਮਰਜ਼ੀ ਕਰਾਈ ਚੱਲੋ ਜੀ। ਤੇ ਜੇ ਪਿਆਰ ਨਹੀਂ ਹੈ ਨਾ, ਤੇ ਬਹੁਤ ਕੁਝ ਵਧੀਆ ਵਧੀਆ ਪਦਾਰਥ ਵੀ ਗੁਰੂ ਸਾਹਿਬ ਅੱਗੇ ਲਈ ਫਿਰੋ, ਮਹਾਰਾਜ ਅੰਗੀਕਾਰ ਨਹੀਂ ਕਰਦੇ ਜੀ। ਹਾਂਜੀ। ਕਹਿ ਗੁਰ ਮੇਰੋ ਕੂਰ ਵਿਚਾਰਾ, ਗੱਜ ਕੇ ਆਖੋ ਵਾਹਿਗੁਰੂ। ਉਹ ਕਹਿ ਰਿਹਾ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਮੇਰੇ ਅੰਦਰ ਦਾ ਜਿਹੜਾ ਝੂਠ ਹੈ ਨਾ, ਉਹ ਫੜ ਲਿਆ। ਕਿਉਂ? ਹਾਕਮ ਤਾਂ ਕਹਿੰਦਾ ਸੀ ਮਹਾਰਾਜ ਤੁਹਾਨੂੰ ਪਿਆਰ ਨਾਲ ਯਾਦ ਕਰ ਰਿਹਾ, ਪਰ ਮਹਾਰਾਜ ਜਾਣ ਗਏ ਆ ਵੀ ਮੈਂ ਝੂਠ ਬੋਲ ਰਿਹਾ। ਹਾਂਜੀ। ਜਾਂ ਤੇ ਨਹਿ ਆਵਨ ਮਤ ਧਾਰਾ, ਗੱਜ ਕੇ ਆਖੋ ਵਾਹਿਗੁਰੂ। ਇਸ ਕਰਕੇ ਗੁਰੂ ਸਾਹਿਬ ਆ ਨਹੀਂ ਰਹੇ ਜੀ। ਹਾਂਜੀ। ਅਪਰ ਸਬਬ ਕਿਆ ਨਹਿ ਇਤ ਆਏ, ਹਾਂਜੀ। ਜਿਨਹੁ ਪ੍ਰਾਨ ਮਮ ਨਿਸਾ ਬਚਾਏ। ਹੋਰ ਕੋਈ ਸਬਬ ਜਿਹੜਾ ਹੈ ਉਹ ਨਹੀਂ ਹੋ ਸਕਦਾ। ਅਪਰ ਸਬਬ ਕਿਆ ਨਹਿਤ ਆਏ। ਮਹਾਰਾਜ ਤੇ ਬਾਹਰ ਆਉਣਾ ਚਾਹਣਗੇ, ਪਰ ਮੈਂ ਹੀ ਝੂਠੀਆਂ ਬੇਨਤੀਆਂ ਕਰ ਰਿਹਾ, ਜਿਹਦੇ ਕਰਕੇ ਗੁਰੂ ਸਾਹਿਬ ਮਹਾਰਾਜ ਬਾਹਰ ਨਹੀਂ ਆ ਰਹੇ। ਹਾਂਜੀ। ਚਿਤਵਤ ਰਹਿਓ ਕਿਤਕ ਚਿਰ ਕਾਲਾ, ਪਰ ਮਹਾਰਾਜ ਨਾ ਬਾਹਰ ਆਉਣ, ਇਹਦਾ ਜਹਾਂਗੀਰ ਨੂੰ ਨੁਕਸਾਨ ਬੜਾ ਹੈ ਜੀ। ਉਹ ਆਪਣੇ ਕਮਰੇ 'ਚ ਬੈਠਾ ਕੁਝ ਸਮਾਂ ਸੋਚਦਾ ਰਿਹਾ ਵੀ ਹੁਣ ਮੈਂ ਕੀ ਕਰਾਂ। ਹਾਂਜੀ। ਸ਼ੇਰ ਤਰਾਸ ਤੇ ਤਰਸਤ ਵਿਸਾਲਾ, ਆਖੋ ਵਾਹਿਗੁਰੂ ਵਾਹਿਗੁਰੂ। ਫੇਰ ਆਖੋ ਵਾਹਿਗੁਰੂ। ਉਧਰੋਂ ਸ਼ਾਮਾਂ ਪੈਣ ਵਾਲੀਆਂ ਹੋ ਗਈਆਂ ਜੀ। ਤੇ ਜਦੋਂ ਸ਼ਾਮਾਂ ਪੈਣ ਵਾਲੀਆਂ ਹੋ ਗਈਆਂ ਤੇ ਬਾਦਸ਼ਾਹ ਨੂੰ ਸ਼ੇਰਾਂ ਦਾ ਡਰ ਸ਼ੁਰੂ ਹੋ ਗਿਆ ਜੀ ਆਉਣਾ, ਵੀ ਮਹਾਰਾਜ ਸੱਚੇ ਪਾਤਸ਼ਾਹ ਤੇ ਆਏ ਨਹੀਂ ਬਾਹਰ, ਤੇ ਸ਼ੇਰ ਜ਼ਰੂਰ ਆ ਜਾਣੇ ਹੈ। ਹਾਂਜੀ। ਜੇਕਰ ਗੁਰੂ ਪ੍ਰਸੀਦ ਨ ਹੋਏ, ਕਬਹੂ ਨਿਸਾ ਮਹਿ ਘਾਵਹਿ ਸੋਏ। ਤੇ ਜੇ ਮਹਾਰਾਜ ਖੁਸ਼ ਹੋ ਕੇ ਕਿਲੇ ਵਿੱਚੋਂ ਬਾਹਰ ਨਾ ਆਏ, ਤੇ ਸ਼ੇਰਾਂ ਨੇ ਮੈਨੂੰ ਖਾ ਜਾਣਾ। ਅੱਜ ਨਹੀਂ ਉਹਨਾਂ ਨੇ ਮੈਨੂੰ ਛੱਡਣਾ। ਦੇਖ ਲਓ ਬੰਦਾ ਕਿੰਨਾ ਫਸ ਜਾਂਦਾ ਜੇ। ਗੱਜ ਕੇ ਆਖੋ ਵਾਹਿਗੁਰੂ। ਪਹਿਲਾਂ ਉਹਨਾਂ ਦੇ ਮਗਰ ਲੱਗਾ ਸੀਗਾ ਜੀ, ਹੁਣ ਸ਼ੇਰ ਤੰਗ ਕਰਦੇ ਵੀ ਬਾਹਰ ਕੱਢ। ਗੁਰੂ ਸਾਹਿਬ ਕਹਿੰਦੇ ਮੈਂ ਆਉਣਾ ਨਹੀਂ ਹੈ। ਹਾਂਜੀ। ਕਰਤ ਵਿਚਾਰ ਹਿਰਦੇ ਫੁਰ ਆਈ, ਕਰਦਿਆਂ ਵਿਚਾਰ ਨਾ ਉਹਨੂੰ ਇੱਕ ਹੋਰ ਫੁਰਨਾ ਆਇਆ ਜੀ। ਹਾਂਜੀ। ਖਾਂ ਵਜ਼ੀਰ ਤਿਨ ਸਿੱਖ ਸਦਾਈ, ਵੀ ਆਪਣੇ ਕੋ ਮਹਾਰਾਜ ਦਾ ਇੱਕ ਸਿੱਖ ਹੈਗਾ ਵਜ਼ੀਰ ਖਾਨ। ਹਾਂਜੀ। ਸੋ ਤਿਨ ਕੇ ਸੁਭਾਵ ਕਹੋ ਜਾਣਹਿ, ਉਹ ਮਹਾਰਾਜ ਦੇ ਸੁਭਾਵ ਨੂੰ ਜਾਣਦਾ ਹੈ। ਵਜ਼ੀਰ ਖਾਨ ਗੁਰੂ ਸਾਹਿਬ ਨੂੰ ਬਾਹਰ ਲੈ ਕੇ ਆ ਸਕਦਾ ਹੈ। ਇਹ ਉਹੀ ਵਜ਼ੀਰ ਖਾਨ ਜੀ ਜਿਹਦਾ ਸੁਖਮਣੀ ਸਾਹਿਬ ਸੁਣ ਕੇ ਦੁੱਖ ਦੂਰ ਹੋਇਆ ਸੀਗਾ ਜੀ। ਹਾਂਜੀ। ਮਮ ਡਿਗ ਕੀਰਤ ਗੁਰਨ ਬਖਾਨਹਿ, ਮਮ ਢਿਗ ਕੀਰਤ ਗੁਰਨ ਬਖਾਨਹਿ। ਉਹ ਸੋਚਦਾ ਹੈ ਬਾਦਸ਼ਾਹ ਵੀ ਵਜ਼ੀਰ ਖਾਂ ਬੜਾ ਸਿਆਣਾ ਹੈ। ਚੇਤਾ ਰੱਖਿਓ, ਸਿਆਣਾ ਬੰਦਾ ਵੱਡੇ ਵੱਡੇ ਮਸਲੇ ਹੱਲ ਕਰ ਦਿੰਦਾ ਜੀ। ਸਿਆਣਾ ਬੰਦਾ ਵੱਡੇ ਵੱਡੇ ਮਸਲੇ ਹੱਲ ਕਰ ਦਿੰਦਾ ਜੀ, ਵੱਡੇ ਵੱਡੇ ਜੀ। ਉਹ ਸੋਚਣ ਲੱਗਾ ਵੀ ਇਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਵਜ਼ੀਰ ਖਾਂ ਬਾਹਰ ਲੈ ਕੇ ਆ ਸਕਦਾ ਹੈ, ਹੋਰ ਕੋਈ ਤੇ ਨਹੀਂ ਲਿਆ ਸਕਦਾ। ਹਾਂਜੀ। ਲਿਆਏ ਸੁਦਾਸਰ ਤੇ ਸੋ ਮਿਲਾਏ। ਕਿਉਂ? ਅੰਮ੍ਰਿਤਸਰ ਤੋਂ ਹੀ ਮਹਾਰਾਜ ਨੇ ਆਉਣਾ ਨਹੀਂ ਸੀਗਾ। ਅੰਮ੍ਰਿਤਸਰ ਤੋਂ ਵਜ਼ੀਰ ਖਾਂ ਮਹਾਰਾਜ ਨੂੰ ਲੈ ਕੇ ਆਇਆ ਦਿੱਲੀ। ਹਾਂਜੀ। ਅਪਰ ਲੋਗ ਨਿਤ ਚੁਗਲੀ ਲਾਏ, ਬਾਕੀ ਤੇ ਚੁਗਲੀ ਲਾਉਣ ਵਾਲੇ ਸਨ ਵੀ ਮਹਾਰਾਜ ਨੇ ਨਹੀਂ ਆਉਣਾ, ਮਹਾਰਾਜ ਨੇ ਨਹੀਂ ਆਉਣਾ। ਪਰ ਵਜ਼ੀਰ ਖਾਂ ਬੜਾ ਸਿਆਣਾ ਮਹਾਰਾਜ ਨੂੰ ਲੈ ਆਇਆ।
ਹਾਂਜੀ, ਇਮ ਵਿਚਾਰ ਨਿਜ ਨਿਕਟ ਹਕਾਰਾ। ਗੱਜ ਕੇ ਆਖੋ ਵਾਹਿਗੁਰੂ। ਇਹ ਮਨ ਚ ਸੋਚ ਕੇ ਵਜ਼ੀਰ ਖਾਨ ਨੂੰ ਜਹਾਂਗੀਰ ਨੇ ਆਪਣੇ ਕੋਲ ਸੱਦਿਆ। ਹੋਏ ਏਕਲ ਤਿਹ ਸਾਥ ਉਚਾਰਾ। ਸਮਝ ਆ ਗਈ ਸੀ ਜਹਾਂਗੀਰ ਨੂੰ ਵੀ ਮੇਰੇ ਨਾਲ ਦੇ ਬੰਦੇ ਕੰਮ ਖਰਾਬ ਕਰਦੇ ਐ। ਚੇਤਾ ਰੱਖਿਓ, ਕਈ ਵਾਰੀ ਨਾਲ ਦੇ ਸਾਥੀ ਜਿਹੜੇ ਹੁੰਦੇ ਆ ਨਾ, ਬੰਦੇ ਨੂੰ ਬਹੁਤ ਉੱਚਾ ਲੈ ਜਾਂਦੇ ਆ ਜੀ। ਤੇ ਕਈ ਵਾਰੀ ਨਾਲ ਦੇ ਸਾਥੀ ਉੱਚੇ ਹੋਏ ਬੰਦੇ ਨੂੰ ਹੇਠਾਂ ਵੀ ਸੁੱਟ ਦਿੰਦੇ ਆ ਜੀ। ਭਾਈ ਗੁਰਦਾਸ ਜੀ ਲਿਖਦੇ, ਕਹਿੰਦੇ ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਤ। ਕਿਸੇ ਦੀ ਸੰਗਤ ਮਿਲਿਆ ਬੰਦਾ ਜੀਵਨ ਮੁਕਤ ਹੋ ਜਾਂਦਾ ਹੈ। ਤੇ ਪਿਆਰਿਓ, ਕਾਹੂ ਕੀ ਸੰਗਤ ਮਿਲ ਜਮਪੁਰ ਜਾਤ ਹੈ। ਕਿਸੇ ਦੀ ਸੰਗਤ ਮਿਲਿਆ ਬੰਦਾ ਜਮਾਂ ਦੀ ਪੂਰੀ ਚ ਚੱਲ ਜਾਂਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਫੇਰ ਆਖੋ ਵਾਹਿਗੁਰੂ। ਹਿੰਦੂ ਧਰਮ ਹੋਵੇ, ਸਿੱਖ ਧਰਮ ਹੋਵੇ ਤੇ ਮੁਸਲਮਾਨ ਧਰਮ ਹੋਵੇ, ਮੇਰੇ ਖਿਆਲ ਨਾਲ ਇਹ ਤਿੰਨ ਧਰਮਾਂ ਦੇ ਬੰਦੇ ਜਿਹੜੇ ਆ ਨਾ, ਉਹ ਪ੍ਰਹਿਲਾਦ ਜੀ ਦਾ ਨਾਮ ਜਾਣਦੇ ਆ ਜੀ। ਭਗਤ ਪ੍ਰਹਿਲਾਦ ਜੀ ਨੂੰ ਜਾਣਦੇ ਆ। ਕਿਵੇਂ ਰੱਬ ਨੇ ਭਗਤ ਪ੍ਰਹਿਲਾਦ ਜੀ ਦੀ ਇੱਜ਼ਤ ਰੱਖੀ ਜੀ। ਹਰਨਾਕਸ਼ ਦੁਸ਼ਟ ਹਰ ਮਾਰਿਆ, ਹਰਨਾਕਸ਼ ਦਾ ਢਿੱਡ ਹੀ ਪਾੜ ਦਿੱਤਾ ਸੀ ਵਾਹਿਗੁਰੂ ਜੀ ਨੇ ਜੀ। ਨਰਸਿੰਘ ਦਾ ਰੂਪ ਧਾਰ ਕੇ ਏਡਾ ਉੱਚਾ ਭਗਤ, ਤੇ ਭਗਤ ਪ੍ਰਹਿਲਾਦ ਜੀ ਨੂੰ ਨਾ ਮਾੜੀ ਸੰਗਤ ਹੋ ਗਈ ਜੀ। ਧਿਆਨ ਨਾਲ ਸੁਣਿਓ, ਆਖੋ ਵਾਹਿਗੁਰੂ। ਪ੍ਰਹਿਲਾਦ ਜੀ ਨੂੰ ਮਾੜੀ ਸੰਗਤ ਹੋ ਗਈ ਜੀ। ਉਹ ਮਾੜੀ ਸੰਗਤ ਵੇਲੇ ਪਤਾ ਕੀ ਕਹਿੰਦੇ? ਕਹਿੰਦੇ ਪ੍ਰਹਿਲਾਦ ਤੂੰ ਰੱਬ ਦੇ ਗੁਣ ਬੜੇ ਗਾਉਣਾ, ਤੇ ਤੈਨੂੰ ਇੰਨਾ ਨਹੀਂ ਪਤਾ ਵੀ ਉਸੇ ਰੱਬ ਨੇ ਤੇਰੇ ਪਿਓ ਨੂੰ ਮਾਰ ਦਿੱਤਾ। ਉਹ 1 ਦਿਨ 2 ਦਿਨ 3 ਦਿਨ ਕਰਦਿਆਂ ਕਰਦਿਆਂ ਭਗਤ ਪ੍ਰਹਿਲਾਦ ਜੀ ਦੀ ਰੱਬ ਨਾਲ ਦੁਬਦਾ ਹੋ ਗਈ ਜੀ। ਦੁਬਦਾ ਪੈਦਾ ਕਰਤੀ ਜੀ। ਤੇ ਭਗਤ ਪ੍ਰਹਿਲਾਦ ਜੀ ਨੇ ਫੌਜਾਂ ਇਕੱਠੀਆਂ ਕੀਤੀਆਂ ਤੇ ਰੱਬ ਨਾਲ ਜੰਗ ਕਰਨ ਲਈ ਤੁਰ ਪਏ ਜੀ। ਰੱਬ ਨੇ ਵੇਖਿਆ ਮੇਰਾ ਭਗਤ ਹੈ ਤੇ ਮੇਰੇ ਨਾਲ ਹੀ ਜੰਗ ਕਰਨ ਵਾਸਤੇ ਆ ਗਿਆ। ਮਾੜੀ ਸੰਗਤ, ਮੇਰਾ ਭਗਤ ਤੇ ਮੇਰੇ ਨਾਲ ਹੀ ਜੰਗ ਕਰਨ ਵਾਸਤੇ ਆ ਰਿਹਾ। ਰੱਬ ਨੇ ਨਾ ਇੱਕ ਬਜ਼ੁਰਗ ਦਾ ਰੂਪ ਬਣਾਇਆ, ਬਜ਼ੁਰਗ ਦਾ, ਤੇ ਬਜ਼ੁਰਗ ਦਾ ਰੂਪ ਬਣਾ ਕੇ ਰੱਬ ਪਰਮੇਸ਼ਰ ਨੇ ਜਿਸ ਰਸਤੇ ਚੋਂ ਪ੍ਰਹਿਲਾਦ ਨੇ ਲੰਘਣਾ ਸੀ ਨਾ, ਉਸ ਰਸਤੇ 'ਚ ਖਲੋ ਗਏ ਜੀ। ਹੱਥ 'ਚ ਸੋਟੀ ਫੜ ਲਈ ਜੀ। ਤੇ ਪ੍ਰਹਿਲਾਦ ਜੀ ਕਹਿਣ ਵੀ ਬਜ਼ੁਰਗਾ ਪਰਾਂ ਹੋ ਜਾ। ਪਰਮੇਸ਼ਰ ਜੀ ਕਹਿੰਦੇ ਕਿੱਧਰ ਚੱਲਣਾ ਹੈ? ਪ੍ਰਹਿਲਾਦ ਕਹਿਣ ਲੱਗਾ ਰੱਬ ਨੇ ਮੇਰਾ ਪਿਓ ਮਾਰਿਆ, ਮੈਂ ਬਦਲਾ ਲੈਣ ਵਾਸਤੇ ਚੱਲਾਂ। ਉਹ ਬਜ਼ੁਰਗ ਪਤਾ ਕੀ ਕਹਿੰਦਾ? ਕਹਿੰਦਾ ਮੈਂ ਵੀ ਲੈਣਾ ਰੱਬ ਨਾਲ ਬਦਲਾ, ਮੈਂ ਵੀ ਤੇਰੇ ਨਾਲ ਚੱਲਦਾ। ਕਹਿੰਦਾ ਠੀਕ ਹੈ। ਤੁਰਨ ਲੱਗੇ ਤੇ ਹੱਥ 'ਚ ਬਜ਼ੁਰਗ ਨੇ ਜਿਹੜੀ ਸੋਟੀ ਫੜੀ ਨਾ, ਖੁੰਡੀ, ਉਹ ਜਾਣ ਕੇ ਹੀ ਛੱਡਤੀ ਜੀ। ਕਹਿੰਦੇ ਪ੍ਰਹਿਲਾਦ ਮੈਂ ਬਜ਼ੁਰਗ ਬੜਾ, ਆ ਮੇਰੀ ਸੋਟੀ ਚੁੱਕ ਦੇ। ਪ੍ਰਹਿਲਾਦ ਜੀ ਸੋਟੀ ਚੁੱਕਣ ਲੱਗੇ ਜੀ। ਜਦੋਂ ਸੋਟੀ ਚੁੱਕਣ ਲੱਗੇ ਨਾ, ਸਾਰਾ ਜ਼ੋਰ ਲਾ ਲਿਆ। ਇੱਥੋਂ ਤੱਕ ਹੁਣ ਤੱਕ ਦੀ ਜਿੰਨੀ ਬੰਦਗੀ ਸੀ ਨਾ, ਸਾਰੀ ਬੰਦਗੀ ਦਾ ਵੀ ਜ਼ੋਰ ਲਾ ਲਿਆ। ਸੋਟੀ ਚੁੱਕਣ ਦੀ ਗੱਲ ਤੇ ਦੂਰ, ਸੋਟੀ ਹਿੱਲੀ ਵੀ ਨਹੀਂ ਜੀ। ਪ੍ਰਹਿਲਾਦ ਜੀ ਬੜੇ ਹੈਰਾਨ ਹੋਣ। ਤੇ ਬਜ਼ੁਰਗ ਕਹਿੰਦਾ ਚੱਲ ਭੱਜ ਜਾ ਇੱਥੋਂ। ਕਹਿੰਦਾ ਰੱਬ ਨਾਲ ਲੜਨਾ ਇਹਨੇ, ਰੱਬ ਨਾਲ ਲੜਨਾ, ਮੇਰੀ ਸੋਟੀ ਤੇ ਹਿਲਾਈ ਨਹੀਂ
ਗਈ। ਤੇ ਪ੍ਰਹਿਲਾਦ ਜੀ ਕਹਿੰਦੇ ਵੀ ਤੂੰ ਹੈ ਕੌਣ ਹੈ? ਤੇ ਰੱਬ ਜੀ ਕਹਿਣ ਲੱਗੇ ਮੈਂ ਉਹੋ ਹੀ ਰੱਬ ਹਾਂ ਜਿਹਦੇ ਨਾਲ ਤੂੰ ਲੜਨ ਚੱਲਾ ਸਾਂ। ਕਹਿਣ ਲੱਗੇ ਤੂੰ ਮੇਰੇ ਨਾਲ ਕੀ ਲੜ ਲੈਣਾ, ਤੂੰ ਤੇ ਮੇਰੀ ਸੋਟੀ ਨਹੀਂ ਹਿਲਾ ਸਕਿਆ, ਲੜੇਗਾ ਕੀ? ਤੇ ਭਗਤ ਪ੍ਰਹਿਲਾਦ ਜੀ ਨੇ ਪਰਮੇਸ਼ਰ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਜੀ। ਕਹਿੰਦੇ ਪਰਮੇਸ਼ਰ ਜੀ, ਇੱਕ ਤੇ ਤੁਸੀਂ ਨਰ ਸਿੰਘ ਦੇ ਰੂਪ ਚ ਦਰਸ਼ਨ ਦਿੱਤੇ, ਦੂਜਾ ਅੱਜ ਦਿੱਤੇ। ਇਸ ਕਰਕੇ ਮਾੜੀ ਸੰਗਤ ਬੜੇ ਬੜੇ ਚੰਗਿਆਂ ਬੰਦਿਆਂ ਨੂੰ ਵੀ ਵਿਗਾੜ ਦਿੰਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਅੱਗੇ ਅਰਦਾਸ ਹੀ ਕਰਨੀ ਚਾਹੀਦੀ ਹੈ, ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰੋ, ਆਪਣੇ ਪਿਆਰਿਆਂ ਦੀ ਸੰਗਤ ਚ ਰੱਖੋ। ਅਰਦਾਸ ਕਰਦੇ ਨਾ, ਸਹੀ ਸੰਤ ਪਿਆਰੇ ਮੇਲ, ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ। ਭਗਤ ਜੀ, ਭਗਤ ਪ੍ਰਹਿਲਾਦ, ਵਾਹਿਗੁਰੂ, ਭਗਤ ਪ੍ਰਹਿਲਾਦ ਜੀ ਬੜੀ ਵੱਡੀ ਉਦਾਹਰਣ ਨੇ ਜੀ। ਜਹਾਂਗੀਰ ਇਹ ਮਹਿਸੂਸ ਕਰਦਾ ਹੈ ਵੀ ਮੇਰੇ ਨਾਲ ਦੇ ਬੰਦੇ ਚੁਗਲੀਆਂ ਲਾਉਂਦੇ ਰਹਿੰਦੇ ਗੁਰੂ ਜੀ ਦੀਆਂ। ਇੱਕ ਵਜ਼ੀਰ ਖਾਂ ਹੈਗਾ ਜਿਹੜਾ ਮੈਨੂੰ ਮਹਾਰਾਜ ਦਾ ਜਸ ਸੁਣਾਉਂਦਾ ਹੈ। ਹਾਂਜੀ। ਨਿਸ ਸ਼ੇਰਨ ਪ੍ਰਸੰਗ ਸੁਨਾਏ, ਹਾਂਜੀ। ਕਰੇ ਹ ਕਾਰਨ ਗੁਰ ਨਹਿ ਆਏ। ਵਜ਼ੀਰ ਖਾਂ ਨੂੰ ਸੱਦਿਆ। ਵਜ਼ੀਰ ਖਾਂ ਕਹਿੰਦਾ ਦੱਸੋ ਬਾਦਸ਼ਾਹ। ਕਹਿੰਦਾ ਦੱਸਣਾ ਕੀ ਹੈ, ਰਾਤ ਸ਼ੇਰ ਤੰਗ ਕਰਦੇ ਹੀ ਮੈਨੂੰ, ਸੌਣ ਨਹੀਂ ਦਿੰਦੇ, ਛਾਤੀ ਤੇ ਚੜ ਜਾਂਦੇ ਆ। ਇਹ ਸ਼ੇਰ ਆਉਣੇ ਉਦੋਂ ਬੰਦ ਹੋਣੇ ਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਚੋਂ ਬਾਹਰ ਆਉਣਗੇ। ਤੇ ਮੈਂ ਇੱਕ ਬੰਦਾ ਭੇਜਿਆ ਸੀ ਗੁਰੂ ਹਰਗੋਬਿੰਦ ਸਾਹਿਬ ਕੋ, ਪਰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਆ ਵੀ ਮੈਂ ਬਾਹਰ ਨਹੀਂ ਆਉਣਾ ਕਿਲੇ ਚੋਂ। ਹਾਂਜੀ। ਤੂੰ ਅਬ ਜਾਹੋ ਮਿਲਾਵੋ ਆਨ। ਤੇ ਵਜ਼ੀਰ ਖਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਜੇ ਕੋਈ ਕਿਲੇ ਵਿੱਚੋਂ ਬਾਹਰ ਲਿਆ ਸਕਦਾ ਤੇ ਉਹ ਤੂੰ ਲਿਆ ਸਕਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ ਸਾਧ ਸੰਗਤ ਜੀ, ਸਤਿਗੁਰੂ ਜੀ ਨੂੰ ਕੋਈ ਵੀ ਇਹ ਨਹੀਂ ਕਹਿ ਸਕਦਾ ਵੀ ਕੈਦ ਕੀਤਾ ਹੈ। ਕੈਦੀ ਤੇ ਛੁੱਟਣ ਨੂੰ ਤਿਆਰ ਹੁੰਦਾ ਹੈ, ਤੇ ਬਾਦਸ਼ਾਹ ਤਰਲੇ ਲੈ ਰਿਹਾ ਤੇ ਗੁਰੂ ਹਰਗੋਬਿੰਦ ਸਾਹਿਬ ਬਾਹਰ ਨਹੀਂ ਆ ਰਹੇ। ਵਜ਼ੀਰ ਖਾਨ ਨੂੰ ਕਹਿਣ ਲੱਗਾ ਤੂੰ ਹੈ ਜਿਹੜਾ ਮਾਰਨ ਨੂੰ ਬਾਹਰ ਲੈ ਕੇ ਆ ਸਕਦਾ ਹੈ। ਹਾਂਜੀ। ਕਹਿ ਸਭ ਬਾਕਨ ਪ੍ਰਥਮ ਸਮਾਨ। ਮਹਾਰਾਜ ਗਰੀਬ ਨਵਾਜ ਨੂੰ ਪਹਿਲਾਂ ਵਾਂਗੂ ਸੋਹਣੀਆਂ ਸੋਹਣੀਆਂ ਗੱਲਾਂ ਕਰਕੇ ਬਾਹਰ ਲੈ ਕੇ ਆ। ਖਾਂ ਵਜ਼ੀਰ ਕਰ ਜੋਰ ਸੁਨਾਈ, ਗੁਰ ਦੋਖੀ ਸਭ ਬਿਆਦ ਉਠਾਈ। ਗੱਜ ਕੇ ਆਖੋ ਵਾਹਿਗੁਰੂ। ਤੇ ਵਜ਼ੀਰ ਖਾਨ ਨੇ ਫਿਰ ਲਿਹਾਜ਼ ਨਹੀਂ ਕੀਤਾ ਵੀ ਉਹ ਬਾਦਸ਼ਾਹ ਹੈ ਜੀ, ਜਹਾਂਗੀਰ। ਵਜ਼ੀਰ ਖਾਨ ਨੇ ਸਿੱਧੀ ਗੱਲ ਆਖੀ ਜੀ, ਕਹਿੰਦਾ ਬਾਦਸ਼ਾਹ ਇੱਥੋਂ ਤੱਕ ਗੱਲ ਨਹੀਂ ਸੀ ਪਹੁੰਚਣੀ, ਸ਼ੇਰਾਂ ਨੇ ਤੁਹਾਨੂੰ ਤੰਗ ਨਹੀਂ ਸੀ ਕਰਨਾ, ਪਰ ਇਹ ਸਭ ਕੁਝ ਤੁਹਾਡੇ ਸੰਗੀਆਂ ਕਰਕੇ ਹੋਇਆ ਹੈ। ਜਿਹੜੇ ਗੁਰੂ ਸਾਹਿਬ ਦੇ ਦੋਖੀ ਹੈ ਨਾ, ਉਹ ਤੁਹਾਡੇ ਮਿੱਤਰ ਨੇ, ਜੋ ਤੁਹਾਨੂੰ ਕਹਿੰਦੇ ਆ ਤੁਸੀਂ ਉਵੇਂ ਕਰਦੇ ਹੋ। ਹਾਂਜੀ। ਦੀਰਘ ਪੀਰਨ ਕੇ ਗੁਰ ਪੀਰ। ਤੁਹਾਨੂੰ ਸਮਝਣਾ ਚਾਹੀਦਾ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਹੁਤ ਵੱਡੇ ਪੀਰ ਹਨ। ਹਾਂਜੀ। ਅਜਰ ਜਰਨ ਧਰ ਤੀਰ ਪੀਰ। ਗੱਜ ਕੇ ਆਖੋ ਵਾਹਿਗੁਰੂ। ਉਹਨਾਂ ਵਾਂਗ ਕੋਈ ਅਜਰ ਨੂੰ ਜਰ ਨਹੀਂ ਸਕਦਾ। ਕੱਲ ਵੀ ਬੇਨਤੀ ਕੀਤੀ ਸੀ, ਥੋੜੀ ਜਿਹੀ ਸ਼ਕਤੀ ਆ ਜੇ ਬੰਦੇ ਕੋ ਜਰ ਨਹੀਂ ਹੁੰਦੀ ਜੀ। ਵਜ਼ੀਰ ਖਾਂ ਕਹਿਣ ਲੱਗਾ ਬੜਾ ਕੁਝ ਜਰ ਕੇ ਬੈਠੇ ਨੇ। ਹਾਂਜੀ। ਤ੍ਰਿਨ ਸਮ ਤਨ ਸਨੇਹ ਨਹਿ ਧਰੈ, ਸਹੈ ਅਵਗਿਆ ਦੁਸ਼ਟ ਜੇ ਕਰੈ। ਗੱਜ ਕੇ ਆਖੋ ਵਾਹਿਗੁਰੂ। ਤੁਹਾਡੇ ਨਾਲ ਰਹਿਣ ਵਾਲੇ ਜਿਹੜੇ ਦੁਸ਼ਟ ਬੰਦੇ ਆ ਨਾ, ਉਹ ਸਤਿਗੁਰਾਂ ਦਾ ਵਿਗਾੜਨਾ ਚਾਹੁੰਦੇ ਆ, ਪਰ ਮਹਾਰਾਜ ਗਰੀਬ ਨਵਾਜ ਤੇ ਆਪਣੇ ਸਰੀਰ ਨਾਲ ਬਿਲਕੁਲ ਪਿਆਰ ਨਹੀਂ ਕਰਦੇ, ਤੀਲੇ ਜਿੰਨਾ ਪਿਆਰ ਵੀ ਨਹੀਂ ਕਰਦੇ। ਹਾਂਜੀ।
ਨਾਹੇ ਤਾ ਤਿਨਕੇ ਬਾਕਨ ਸੰਗ, ਥਿਰਹਿ ਕੌਣ ਖਿਨ ਮਹਿ ਹੋਏ ਭੰਗ। ਬਾਦਸ਼ਾਹ ਇਹ ਤੇ ਤੂੰ ਰੱਬ ਦੀ ਮਿਹਰ ਜਾਣ ਆਪਣੇ ਆਪ ਤੇ। ਕਿਉਂ? ਗੁਰੂ ਹਰਗੋਬਿੰਦ ਸਾਹਿਬ ਨੇ ਅਜੇ ਤੱਕ ਤੁਹਾਨੂੰ ਕੋਈ ਬਚਨ ਨਹੀਂ ਕਿਹਾ। ਜੇ ਉਹ ਬਚਨ ਕਹਿ ਦੇਣ ਨਾ ਤੇ ਇੱਕ ਖਿਨ ਵਿੱਚ ਕੁਝ ਦਾ ਕੁਝ ਹੋ ਜੇ। ਉਹਨਾਂ ਦੇ ਸਾਹਮਣੇ ਕੋਈ ਖਲੋ ਨਹੀਂ ਸਕਦਾ। ਹਾਂਜੀ। ਬ੍ਰਿੰਦ ਸਹਾਇਕ ਕਹਿ ਤੁਮ ਪਾਸ, ਗੁਰ ਸੰਗ ਬਿਗਰਨ ਕਰਹਿ ਪ੍ਰਕਾਸ਼। ਗੱਜ ਕੇ ਆਖੋ ਵਾਹਿਗੁਰੂ। ਪਰ ਤੁਸੀਂ ਕੀ ਕਰਦੇ ਹੋ? ਤੁਹਾਡੇ ਨਾਲ ਦੇ ਕਈ ਬੰਦੇ ਸਦਾ ਤੁਹਾਨੂੰ ਗੁਰੂ ਜੀ ਦੇ ਉਲਟ ਗੱਲਾਂ ਕਰਦੇ ਆ, ਤੁਸੀਂ ਸੁਣ ਕੇ ਉਹਦਾ ਭਰੋਸਾ ਕਰਦੇ ਹੋ। ਹਾਂਜੀ। ਜੇ ਰਾਵਰ ਨਿਰਣੈ ਕਬ ਕਰੋ, ਦੋਸ਼ ਅਦੋਸ਼ੀ ਤਬ ਉਰ ਧਰੋ। ਗੱਜ ਕੇ ਆਖੋ ਵਾਹਿਗੁਰੂ। ਬਾਦਸ਼ਾਹ ਅਜੇ ਵੀ ਸਮਾਂ 'ਚ ਗੁਰੂ ਹਰਗੋਬਿੰਦ ਸਾਹਿਬ ਨਾਲ ਬਾਹਰੋਂ ਨਹੀਂ, ਉਹਨਾਂ ਨਾਲ ਅੰਦਰੋਂ ਪਿਆਰ ਕਰੋ। ਕਹਿਣ ਲੱਗੇ ਤੁਸੀਂ ਕਰਦੇ ਤੇ ਆਪਣੇ ਵਾਸਤੇ ਪਿਆਰ, ਅੰਦਰੋਂ ਪਿਆਰ ਕਰੋ, ਸਭ ਦੋਸ਼ਾਂ ਤੋਂ ਰਹਿਤ ਹੋ ਜਾਓਗੇ। ਹਾਂਜੀ। ਵੱਡੇ ਪਾਤਸ਼ਾਹਨ ਪਰ ਆਦ, ਅਰ ਤੁਮ ਪਰ ਗੁਰ ਕਰਹਿ ਪ੍ਰਸਾਦ। ਪਹਿਲੇ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਗੁਰੂ ਸਾਹਿਬ ਤੁਹਾਡੇ ਤੇ ਖੁਸ਼ ਰਹੇ ਹੈ। ਤੇ ਬਾਦਸ਼ਾਹ ਤੁਹਾਡੇ ਤੇ ਗੁਰੂ ਹਰਗੋਬਿੰਦ ਸਾਹਿਬ ਬਹੁਤੇ ਖੁਸ਼ ਨੇ, ਤੁਹਾਨੂੰ ਪ੍ਰਸ਼ਾਦ ਦਿੱਤਾ ਆਪ। ਹਾਂਜੀ। ਪ੍ਰਥਮ ਭਏ ਬਾਪਰ ਚਵਗਤਾ, ਹਾਂਜੀ। ਸ੍ਰੀ ਨਾਨਕ ਤਿਨ ਕੋ ਬਰ ਦਿੱਤਾ। ਆਖੋ ਵਾਹਿਗੁਰੂ। ਵਾਹਿਗੁਰੂ। ਕਈ ਵਾਰੀ ਨਾ ਬੰਦਾ ਆਪਣਾ ਪਿਛੋਕੜ ਭੁੱਲ ਜਾਂਦਾ ਹੈ, ਤੇ ਫਿਰ ਕੋਈ ਇਹੋ ਜਿਹਾ ਹੋਣਾ ਚਾਹੀਦਾ ਹੈ ਜਿਹੜਾ ਉਹਨੂੰ ਉਹਦਾ ਪਿਛੋਕੜ ਚੇਤਾ ਕਰਾ ਦੇ ਵੀ ਤੂੰ ਹੈ ਕੀ ਸੈਂ। ਵਜ਼ੀਰ ਖਾਨ ਨੇ ਚੇਤਾ ਕਰਾਇਆ, ਕਹਿਣ ਲੱਗਾ ਜੀ ਤੁਹਾਡਾ ਪਹਿਲਾ ਬਾਦਸ਼ਾਹ ਬਾਬਰ ਆਇਆ ਇੱਥੇ, ਤੇ ਬਾਬਰ ਨੂੰ ਗੁਰੂ ਨਾਨਕ ਸਾਹਿਬ ਨੇ ਵਰ ਦਿੱਤਾ ਸੀਗਾ। ਹਾਂਜੀ। ਅਜਮਤ ਪਿਖ ਕਰ ਭੰਗ ਚੜਾਈ, ਹਾਂਜੀ। ਪੁਸ਼ਤਨ ਕੀ ਪਤ ਸ਼ਾਹਤ ਪਾਈ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਤੁਹਾਡੇ ਤੇ ਮਿਹਰ ਕੀਤੀ, ਤੁਹਾਡੀਆਂ ਪੁਸ਼ਤਾਂ ਨੂੰ ਰਾਜ ਭਾਗ ਬਖਸ਼ਿਸ਼ ਕੀਤਾ ਜੀ। ਪੁਸ਼ਤਾਂ ਨੂੰ ਰਾਜ ਭਾਗ ਬਖਸ਼ਿਸ਼ ਕੀਤਾ। ਹਾਂਜੀ। ਬਹੁਰ ਹੁਮਾਓ ਸ਼ਾਹੋ ਪ੍ਰਬੀਨ, ਸ਼ੀਨ ਸਲੇਮ ਸ਼ਾਹ ਸ਼ਤਲੀਨ। ਫਿਰ ਸਮਾਂ ਆਇਆ, ਹਿਮਾਯੂ ਆਇਆ। ਬਾਬਰ ਤੋਂ ਬਾਅਦ ਹਿਮਾਯੂ ਆਇਆ, ਤੇ ਹਿਮਾਯੂ ਦਾ ਰਾਜ ਭਾਗ ਸ਼ੇਰ ਸ਼ਾਹ ਸੂਰੀ ਨੇ ਖੋਹ ਲਿਆ ਸੀਗਾ। ਹਾਂਜੀ। ਚਲਿਓ ਵਿਲਾਇਤ ਮਗ ਤਿਸ ਗਇਓ। ਹਾਰਿਆ ਹੋਇਆ ਤੁਹਾਡਾ ਵੱਡਾ ਵਡੇਰਾ ਹਿਮਾਯੂ ਵਿਲਾਇਤ ਜਾ ਰਿਹਾ ਸੀਗਾ। ਹਾਂਜੀ। ਸ੍ਰੀ ਗੁਰੂ ਅੰਗਦ ਜਿਸ ਥਲ ਭਇਓ, ਤੇ ਰਸਤੇ ਵਿੱਚ ਖਡੂਰ ਸਾਹਿਬ ਰੁਕ ਗਿਆ, ਜਿੱਥੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਸਨ। ਹਾਂਜੀ। ਸ੍ਰੀ ਨਾਨਕ ਗਾਦੀ ਪਰ ਥਿਰੈ, ਗ੍ਰਾਮ ਖਡੂਰ ਬਾਸ ਕੋ ਕਰੇ। ਗੁਰੂ ਨਾਨਕ ਦੇਵ ਜੀ ਨੇ ਬਾਦਸ਼ਾਹ ਉਹਨਾਂ ਨੂੰ ਆਪਣੀ ਗੱਦੀ ਤੇ ਬਿਠਾਇਆ ਸੀ, ਤੇ ਤੁਹਾਡਾ ਵਡੇਰਾ ਰਸਤੇ ਵਿੱਚ ਉਧਰ ਰੁਕ ਗਿਆ। ਹਾਂਜੀ। ਬਰ ਹਿਤ ਗਇਓ ਰਹਿਓ ਟਿਗ ਖਰਿਓ, ਕਿਤਿਕ ਕਾਲ ਬਿਤਿਓ ਥਕ ਪਰਿਓ। ਗੱਜ ਕੇ ਆਖੋ ਵਾਹਿਗੁਰੂ। ਤੇ ਤੁਹਾਡਾ ਹੀ ਵੱਡਾ ਵਡੇਰਾ ਗੁਰੂ ਅੰਗਦ ਦੇਵ ਜੀ ਦੇ ਦਰਵਾਜ਼ੇ 'ਚ ਖਲੋਤਾ ਰਿਹਾ ਲੰਮਾ ਸਮਾਂ, ਤੇ ਜਦੋਂ ਖਲੋਤਾ ਥੱਕ ਗਿਆ। ਹਾਂਜੀ। ਗੁਰੂ ਬਾਰਿਕਣ ਸੰਗ ਰਚ ਰਹੇ, ਤੇ ਮਹਾਰਾਜ ਬਾਲਕਾਂ ਦੇ ਨਾਲ ਗੁਰਮੁਖੀ ਪੜ੍ਹ ਰਹੇ ਸਨ। ਹਾਂਜੀ। ਪਾਤਸ਼ਾਹ ਸੰਗ ਨਹਿ ਕਿਛ ਕਹੇ, ਤੇ ਤੁਹਾਡੇ ਵੱਡੇ ਵਡੇਰੇ ਵੱਲ ਵੇਖਿਆ ਵੀ ਨਹੀਂ ਸੀ ਮਹਾਰਾਜ ਨੇ। ਹਿਮਾਯੂ ਖਲੋਤਾ ਰਿਹਾ, ਮਹਾਰਾਜ ਨੇ ਵੇਖਿਆ ਤੱਕ ਨਹੀਂ ਜੀ ਉਹਦੇ ਵੱਲ ਜੀ। ਹਾਂਜੀ। ਔਰ ਸ਼ਰਧਾ ਪਰਖਣ ਕੇ ਹੇਤ, ਨਹਿ ਬੋਲੇ ਗੁਰ ਕਿਰਪਾ ਨਿਕੇਤ। ਕਿਉਂ? ਮਹਾਰਾਜ ਤੁਹਾਡੇ ਵੱਡੇ ਵਡੇਰੇ ਦੀ ਸ਼ਰਧਾ ਵੇਖਣੀ ਚਾਹੁੰਦੇ ਸੀਗੇ।
ਸ਼ਰਧਾ ਵੇਖਣ ਵਾਸਤੇ ਬੋਲੇ ਨਹੀਂ। ਗੱਜ ਕੇ ਆਖੋ ਵਾਹਿਗੁਰੂ। ਵੀ ਕਿੰਨਾ ਕੁ ਸਿਦਕ ਹੈਗਾ, ਕਿੰਨੀ ਕੁ ਇਹਦੇ ਚ ਸ਼ਰਧਾ ਹੈਗੀ ਹੈ। ਹਾਂਜੀ, ਸ਼ਾਹੋ ਹਿਰਦੇ ਰਿਸ ਕੋ ਉਪਜਾਈ। ਪਰ ਤੁਹਾਡੇ ਵੱਡੇ ਵਡੇਰੇ ਨੂੰ ਗੁੱਸਾ ਆ ਗਿਆ ਵੀ ਲਓ ਮਹਾਰਾਜ ਨੇ ਮੇਰੇ ਵੱਲ ਵੇਖਿਆ ਹੀ ਨਹੀਂ। ਹਾਂਜੀ, ਮਮ ਦਿਸ਼ ਨਹੀਂ ਦ੍ਰਿਸ਼ਟ ਕੋ ਲਾਈ। ਕਿ ਮੇਰੇ ਵਾਲੇ ਪਾਸੇ ਦ੍ਰਿਸ਼ਟੀ ਵੀ ਨਹੀਂ ਕਮਾਈ, ਮੈਂ ਬਾਦਸ਼ਾਹ ਮੇਰੇ ਵੱਲ ਵੇਖਿਆ ਵੀ ਨਹੀਂ। ਹਾਂਜੀ, ਨਿਕਟ ਬਿਠਾਵਨ ਕਹਿ ਸਨਮਾਨੈ। ਸੋ ਤੋ ਰਹਿਓ ਕਹਾਂ ਇਹ ਠਾਨੈ। ਗੱਜ ਕੇ ਆਖੋ ਵਾਹਿਗੁਰੂ। ਵੀ ਤੁਹਾਡਾ ਹੀ ਵੱਡਾ ਵਡੇਰਾ ਸੋਚਦਾ ਵੀ ਮੈਨੂੰ ਲਾਗੇ ਵੀ ਨਹੀਂ ਬਿਠਾਇਆ, ਸਨਮਾਨ ਵੀ ਨਹੀਂ ਕੀਤਾ ਮੇਰਾ। ਹਾਂਜੀ, ਕਰਿਓ ਹੰਕਾਰ ਨ ਜਾਣਹਿ ਸ਼ਾਹੂ। ਤਰਿਓ ਦਸਤ ਅਸ ਕਬਜੇ ਮਾਹੂ। ਤੇ ਤੁਹਾਡੇ ਵੱਡੇ ਵਡੇਰੇ ਹਿਮਾਯੂ ਬਾਦਸ਼ਾਹ ਨੇ ਗੁੱਸੇ ਵਿੱਚ ਆ ਕੇ ਤਲਵਾਰ ਤੇ ਹੱਥ ਪਾ ਲਿਆ ਸੀਗਾ। ਹਾਂਜੀ, ਖੈਂਚ ਪ੍ਰਹਾਰੋ ਦੋਦਰ ਕਰੋ। ਤੇ ਸੋਚਦਾ ਸੀ ਵੀ ਮੈਂ ਗੁਰੂ ਦੇ 2 ਟੋਟੇ ਕਰਨੇ ਆ। ਤੁਹਾਡਾ ਵਡੇਰਾ ਉਦੋਂ ਵੀ ਗੁੱਸੇ 'ਚ ਆ ਗਿਆ ਸੀ। ਮੈਂ ਪਹਿਲਾਂ ਬੇਨਤੀ ਕੀਤੀ ਨਾ, ਵਜ਼ੀਰ ਖਾਨ ਨੇ ਫਿਰ ਖਿੱਚ ਖਿੱਚ ਕੇ ਸੁਣਾਈਆਂ ਜੀ, ਲਿਹਾਜ਼ ਨਹੀਂ ਕੀਤਾ ਜਹਾਂਗੀਰ ਦਾ ਜੀ। ਹਾਂਜੀ, ਥਿਰੋ ਨ ਪੁੰਨ ਮਾਰਗ ਚੱਲ ਪਰੋ। ਵੀ ਇਹ ਕੰਮ ਕਰਕੇ ਫੇਰ ਹੀ ਕਹਿੰਦਾ ਮੈਂ ਅੱਗੇ ਜਾਵਾਂਗਾ। ਹਾਂਜੀ, ਖੜਗ ਮੁਸ਼ਟ ਸੋ ਕਰ ਲਗ ਰਹਿਓ। ਹਾਂਜੀ। ਛੁਟਹਿ ਨ ਨਿਕਸਹਿ ਬਲ ਕਰ ਲਹਿਓ। ਗੱਜ ਕੇ ਆਖੋ ਵਾਹਿਗੁਰੂ। ਤੇ ਫਿਰ ਕੀ ਹੋਇਆ? ਫਿਰ ਹਿਮਾਯੂ ਦਾ ਹੱਥ ਤਲਵਾਰ ਦੀ ਮੁੱਠੀ ਦੇ ਨਾਲ ਹੀ ਚਿੰਬੜ ਗਿਆ ਸੀਗਾ। ਹਲਾਉਂਦਾ ਸੀ, ਹੱਥ ਨਹੀਂ ਸੀ ਹਿਲਦਾ ਫਿਰ। ਹਾਂਜੀ, ਬਹੁਰ ਬਿਨੈ ਕਰ ਚਹਿ ਬਖਸ਼ਾਵਣ। ਤੇ ਫਿਰ ਗੁਰੂ ਅੰਗਦ ਦੇਵ ਜੀ ਨੇ ਉਹਦੇ ਵੱਲ ਵੇਖਿਆ ਤੇ ਹਿਮਾਯੂ ਬੇਨਤੀ ਕਰਨ ਲੱਗਾ ਮਹਾਰਾਜ ਨੂੰ ਵੀ ਮਹਾਰਾਜ ਬਖਸ਼ ਲਓ, ਭੁੱਲ ਹੋ ਗਈ, ਤੁਹਾਡੇ ਤੇ ਤਲਵਾਰ ਚਲਾਉਣ ਲੱਗਾ ਸਾਂ। ਬੋਲੇ ਸ੍ਰੀ ਅੰਗਦ ਜਸ ਪਾਵਨ। ਤੇ ਫਿਰ ਸੁਣ ਲਓ, ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਕਿਹਾ ਸੀਗਾ। ਹਾਂਜੀ, ਖੜਗ ਮੁਸ਼ਟ ਪਰ ਧਰ ਕਰ ਹਾਥ। ਹਤਨ ਚਹਿਤ ਹਮ ਕੋਸ ਰਿਸ ਸਾਥ। ਮਹਾਰਾਜ ਨੇ ਕਿਹਾ ਸੀ ਵੀ ਸਾਨੂੰ ਮਾਰਨਾ ਚਾਹੁੰਦਾ ਹੈ, ਤਲਵਾਰ ਦੀ ਮੁੱਠ ਤੇ ਹੱਥ ਪਾ ਕੇ ਸਾਨੂੰ ਮਾਰਨਾ ਚਾਹੁੰਦਾ ਹੈ। ਹਾਂਜੀ, ਨਹੀਂ ਸਲੇਮ ਸ਼ਾਹ ਪਰ ਕੋਪਾ। ਇਹ ਗੁੱਸਾ ਸਲੇਮ ਸ਼ਾਹ ਤੇ ਆਇਆ ਨਹੀਂ ਤੈਨੂੰ, ਸ਼ੇਰ ਸ਼ਾਹ ਸੂਰੀ ਤੇ ਆਇਆ ਨਹੀਂ ਤੈਨੂੰ। ਹਾਂਜੀ, ਦੇਓ ਨਿਕਾਸ ਮਹਾਰਣ ਚੋਪਾ। ਉਹਨਾਂ ਦੇ ਮਾਰ ਮਾਰ ਕੇ ਤੈਨੂੰ ਜੰਗ ਦੇ ਮੈਦਾਨ ਚੋਂ ਬਾਹਰ ਕੱਢਤਾ ਤੇ ਫਕੀਰਾਂ ਤੇ ਆ ਕੇ ਤੂੰ ਤਲਵਾਰ ਚਲਾਉਣਾ। ਹਾਂਜੀ, ਖੜਗ ਮੁਸ਼ਟ ਜੇ ਧਰਤ ਨ ਕਰ ਕੋ। ਹਾਂਜੀ, ਅਬ ਹੀ ਲੇਤ ਰਾਜ ਬੜ ਧਰ ਕੋ। ਆਖੋ ਵਾਹਿਗੁਰੂ। ਵਾਹਿਗੁਰੂ। ਬਾਦਸ਼ਾਹ ਮੈਂ ਤੁਹਾਨੂੰ ਚੇਤਾ ਕਰਾ ਦਾਂ, ਵਜ਼ੀਰ ਖਾਂ ਕਹਿੰਦਾ, ਜੇ ਤੁਹਾਡਾ ਵਡੇਰਾ ਉੱਥੇ ਖਲੋਤਾ ਰਹਿੰਦਾ ਤੇ ਬੜੀਆਂ ਬਖਸ਼ਿਸ਼ਾਂ ਮਿਲਣੀਆਂ ਸੀਗੀਆਂ। ਗੁਰੂ ਅੰਗਦ ਦੇਵ ਜੀ ਨੇ ਕਿਹਾ ਫਿਰ ਹਿਮਾਯੂ, ਜੇ ਤੂੰ ਗੁੱਸੇ ਵਿੱਚ ਨਾ ਆਉਂਦਾ ਤੇ ਤਲਵਾਰ ਦੀ ਮੁੱਠ ਤੇ ਨਾ ਹੱਥ ਪਾਉਂਦਾ ਸਾਨੂੰ ਮਾਰਨ ਦਾ, ਤੇ ਜਿੰਨਾ ਸਮਾਂ ਤੂੰ ਖਲੋਤਾ ਸਾਂ ਤੈਨੂੰ ਹੁਣੇ ਹੀ ਰਾਜਾ ਬਣਾ ਦੇਣਾ ਸੀਗਾ। ਪਰ ਤੂੰ ਕਾਲਾ ਪੈ ਗਿਆ। ਬੰਦਾ ਕਾਲਾ ਪੈ ਜਾਂਦਾ ਜੀ। ਹਾਂਜੀ, ਤਉ ਆਸ ਧਰ ਚੱਲ ਟਿਗ ਆਵਾ। ਫਿਰ ਵੀ ਕੋਈ ਗੱਲ ਨਹੀਂ, ਤੂੰ ਆਸ ਲੈ ਕੇ ਸਾਡੇ ਕੋਲ ਆਇਆ। ਹਾਂਜੀ, ਗਮਨਹੁ ਅਬਹਿ ਵਿਲਾਇਤ ਥਾਵਾ। ਤੇ ਜਾ ਹੁਣ ਇੱਕ ਵਾਰੀ ਤੇ ਵਿਲਾਇਤ ਜਾਣਾ ਹੀ ਪਏਗਾ ਤੈਨੂੰ। ਹਾਂਜੀ, ਲਸ਼ਕਰ ਵੱਡ ਸਕੇਲ ਚੱਲ ਆਵਹੋ। ਉਥੋਂ ਫੌਜਾਂ ਇਕੱਠੀਆਂ ਕਰਕੇ ਫਿਰ ਵਾਪਸ ਆ ਤੇ ਸ਼ੇਰ ਸ਼ਾਹ ਹੋਣਾ ਤੇ ਹਮਲਾ ਕਰ। ਆਪਣੋ ਰਾਜ ਨਿਸੰਸੈ ਪਾਵਹੋ। ਤੇ ਗੁਰੂ ਨਾਨਕ ਦੇਵ ਸਾਹਿਬ ਕਿਰਪਾ ਕਰਨਗੇ, ਤੂੰ ਤੇਰੀ ਜਿੱਤ ਹੋਏਗੀ ਤੇ ਤੂੰ ਫਿਰ ਰਾਜਾ ਬਣੇਗਾ। ਗੱਜ ਕੇ ਆਖੋ ਵਾਹਿਗੁਰੂ। ਬਾਦਸ਼ਾਹ ਨੂੰ ਆਖਿਆ ਵਜ਼ੀਰ ਖਾਨ ਨੇ, ਜਹਾਂਗੀਰ ਬਾਦਸ਼ਾਹ ਤੁਹਾਡਾ ਹੀ ਵਡੇਰਾ ਸੀ ਨਾ ਹਿਮਾਯੂ? ਉਹ ਕਹਿੰਦਾ ਹੈ ਤੇ ਸਾਡਾ ਹੀ ਸੀ। ਹਾਂਜੀ, ਇਸ ਮਹਿ ਕਾਰਨ ਹੈ ਬੜ ਐਸੇ।
श्री नानक बर निफल न कैसे। ਹਾਂਜੀ श्री अंगत के सुन कर बैन, बंधन कीनस लज्जित नैन। ਤੇ ਮਹਾਰਾਜਾ ਜੀ, ਬਾਦਸ਼ਾਹ ਜੀ, ਗੁਰੂ ਅੰਗਦ ਦੇਵ ਜੀ ਦੇ ਬਚਨ ਸੁਣ ਕੇ ਹਮਾਯੂ ਸ਼ਰਮਸਾਰ ਹੋ ਗਿਆ ਤੇ ਅੱਖਾਂ ਨੀਵੀਆਂ ਕਰ ਲਈਆਂ ਸੀਗੀਆਂ। ਅੱਜ ਤੁਸੀਂ ਉਹਨਾਂ ਦੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਵੈਰ ਕਮਾ ਰਹੇ ਹੋ। ਹਾਂਜੀ, ਖੜਗ ਮੁਸ਼ਟ ਤੇ ਛੁੱਟ ਗਾ ਹਾਥ। ਜਦੋਂ ਮਹਾਰਾਜ ਨੇ ਬਚਨ ਕੀਤਾ ਨਾ, ਫਿਰ ਮੁੱਠ ਤੋਂ ਹੱਥ ਛੁੱਟਿਆ ਸੀਗਾ, ਤਲਵਾਰ ਦੀ ਮੁੱਠ ਤੋਂ, ਉਹਨਾਂ 'ਚ ਚਿੰਬੜ ਗਿਆ ਸੀ ਹੱਥ। ਹਾਂਜੀ, ਚੜ ਗਮਨਿਓ ਤੁਰਨਤਾ ਸਾਥ। ਫਿਰ ਹਮਾਯੂ ਆਪਣੇ ਵਿਲਾਇਤ ਦੇਸ਼ ਵਿੱਚ ਗਿਆ ਸੀਗਾ। ਹਾਂਜੀ, ਜਾਏ ਵਿਲਾਇਤ ਲਸ਼ਕਰ ਲਿਆਇਓ, ਬਹੁਰ ਰਾਜ ਦਿੱਲੀ ਕਹੁ ਪਾਇਓ। ਗੱਜ ਕੇ ਆਖੋ ਵਾਹਿਗੁਰੂ। ਉਥੋਂ ਫੌਜ ਲਿਆ ਕੇ ਮੁੜ ਦਿੱਲੀ ਤੇ ਹਮਲਾ ਕੀਤਾ ਤੇ ਦਿੱਲੀ ਜਿੱਤੀ। ਜਹਾਂਗੀਰ ਬਾਦਸ਼ਾਹ, ਜੇ ਅੱਜ ਤੁਸੀਂ ਦਿੱਲੀ ਤੇ ਰਾਜ ਕਰ ਰਹੇ ਤੇ ਗੁਰੂ ਦੀ ਕਿਰਪਾ ਕਰਕੇ ਕਰ ਰਹੇ ਹੋ। ਗੁਰੂ ਅੰਗਦ ਦੇਵ ਜੀ ਨੇ ਮੁੜ ਬਚਨ ਕੀਤਾ ਸੀਗਾ। ਹਾਂਜੀ, ਤਿਨ ਕੇ ਸੁਤ ਅਕਬਰ ਪਤਸ਼ਾਹੂ। ਉਹਦਾ ਹੀ ਅੱਗੋਂ ਫਿਰ ਪੁੱਤਰ ਅਕਬਰ ਹੋਇਆ, ਕਹਿਣ ਲੱਗਾ। ਹਾਂਜੀ, ਸ਼੍ਰੀ ਗੁਰ ਅਮਰਦਾਸ ਕੇ ਪਾਹੂ। ਤੇ ਅਕਬਰ ਚੱਲ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਆਇਆ ਸੀਗਾ। ਹਾਂਜੀ, ਲੇਕਰ ਬਰ ਚਤੋਰ ਕੇ ਤੇਰਾ। ਤੋਰਾ, ਗੱਜ ਕੇ ਆਖੋ ਵਾਹਿਗੁਰੂ। ਤੇ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਸੀਗਾ, ਚਤੌੜ ਦਾ ਕਿਲਾ ਜਿੱਤਿਆ ਨਹੀਂ ਸੀ ਜਾਂਦਾ, ਗੁਰੂ ਅਮਰਦਾਸ ਜੀ ਦੇ ਬਚਨਾਂ ਨਾਲ ਜਿੱਤਿਆ ਗਿਆ ਸੀਗਾ। ਤੁਹਾਡੇ ਵਡੇਰਿਆਂ ਤੇ ਗੁਰੂਆਂ ਨੇ ਕਿਰਪਾ ਕੀਤੀ ਹੈ। ਗਮਨ ਕੀਨ ਪੁਨ ਲਵਪੁਰ ਓਰਾ। ਫਿਰ ਲਾਹੌਰ ਵਾਲੇ ਪਾਸੇ ਤੁਹਾਡਾ ਵਡੇਰਾ ਪਿਤਾ ਤੁਹਾਡਾ ਅਕਬਰ ਗਿਆ ਸੀ। ਹਾਂਜੀ, ਗੋਇੰਦਵਾਲ ਮਿਲਿਓ ਤਬ ਜਾਏ। ਤੇ ਫਿਰ ਗੋਇੰਦਵਾਲ ਸਾਹਿਬ ਅਕਬਰ ਬਾਦਸ਼ਾਹ ਮਹਾਰਾਜ ਜੀ ਨੂੰ ਮਿਲਣ ਵਾਸਤੇ ਗਿਆ ਸੀਗਾ। ਹਾਂਜੀ, ਗ੍ਰਾਮ ਪਰਗਨਾ ਭੇਟ ਚੜਾਏ। ਇੱਕ ਪਰਗਨੇ ਦੇ ਕਈ ਪਿੰਡ ਗੁਰੂ ਅਮਰਦਾਸ ਜੀ ਨੂੰ ਤੁਹਾਡੇ ਪਿਤਾ ਨੇ ਤੋਹਫੇ ਵਜੋਂ ਦਿੱਤੇ ਸੀਗੇ, ਭੇਟ ਕੀਤੇ ਸੀਗੇ। ਹਾਂਜੀ, ਬੇਨਤੀ ਕਹਿ ਪ੍ਰਸੰਨ ਬਹੁ ਕਰੇ। ਤੇ ਤੁਹਾਡੇ ਪਿਤਾ ਨੇ ਬੇਨਤੀਆਂ ਕਰ ਕਰਕੇ ਗੁਰੂ ਅਮਰਦਾਸ ਜੀ ਨੂੰ ਖੁਸ਼ ਰੱਖਿਆ ਸੀਗਾ। ਅਦਿਕ ਪ੍ਰੀਤ ਔਰ ਸ਼ਰਧਾ ਧਰੇ। ਬੜੀ ਪ੍ਰੀਤੀ, ਬੜੀ ਸ਼ਰਧਾ ਰੱਖਦਾ ਸੀ ਤੁਹਾਡਾ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਦੇ ਉੱਤੇ। ਹਾਂਜੀ, ਤਿਨ ਕੇ ਪੁੱਤਰ ਆਪ ਅਬ ਅਹੋ। ਉਹਦਾ ਹੀ ਪੁੱਤਰ ਆ ਹੁਣ ਤੂੰ, ਕਹਿਣ ਲੱਗੇ ਅਕਬਰ ਦਾ ਪੁੱਤ ਆ ਤੂੰ। ਹਾਂਜੀ, ਪਿਤਾ ਪਿਤਾਮਾ ਕੇ ਸਮ ਰਹੋ। ਤੇ ਤੁਹਾਨੂੰ ਚਾਹੀਦਾ ਹੈ ਆਪਣੇ ਪਿਤਾ ਤੇ ਦਾਦੇ ਵਾਂਗੂ ਰਹੋ। ਗੱਜ ਕੇ ਆਖੋ ਵਾਹਿਗੁਰੂ। ਤੁਹਾਡਾ ਪਿਤਾ ਅਕਬਰ, ਦਾਦਾ ਹਿਮਾਯੂ, ਗੁਰੂ ਘਰੋਂ ਉਹਨਾਂ ਨੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਉਹਦੇ ਤੋਂ ਪਹਿਲਾਂ ਬਾਬਰ ਨੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੁਸ਼ਟਾਂ ਦੇ ਕਹਿਣ ਤੇ ਕਿਲੇ 'ਚ ਭੇਜ ਦਿੱਤਾ, ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਚੇਤਾ ਕਰਾਉਣ ਵਾਲਾ ਤੇ ਫਿਰ ਚਾਹੀਦਾ ਹੀ ਹੈ ਜੀ, ਬੰਦੇ ਦੀ ਮੱਤ ਟਿਕਾਣੇ ਆ ਜਾਂਦੀ ਜੀ। ਸ਼ੀਸ਼ਾ ਵਿਖਾਉਣ ਵਾਲਾ ਤੇ ਚਾਹੀਦਾ ਹੀ ਹੁੰਦਾ ਜੀ, ਕੋਈ ਨਾ ਕੋਈ। ਚੇਤਾ ਰੱਖਿਓ, ਇਹ ਜਿੰਨੇ ਮਿੱਤਰ ਨੇ ਨਾ, ਜਿੰਨੇ ਮਿੱਤਰ, ਇਹ ਵਾਹ ਹੀ ਕਰਦੇ ਆ ਬੰਦੇ ਦੀ, ਤੇ ਵਾਹ ਕਰਕੇ ਉਹਨੂੰ ਵਿਗਾੜ ਦਿੰਦੇ ਆ ਜੀ। ਤੇ ਜਿਹੜੇ ਇੱਕ ਫਕੀਰ ਲਿਖਦਾ, ਉਹ ਕਹਿੰਦਾ ਜੇ ਤੂੰ ਆਪਣਾ ਅਸਲੀ ਚਿਹਰਾ ਵੇਖਣਾ ਹੈ ਨਾ, ਵੀ ਤੂੰ ਹੈ ਕੀ, ਆਪਣੇ ਦੁਸ਼ਮਣ ਦੇ ਸਾਹਮਣੇ ਖਲੋ ਜਾ। ਤੇਰਾ ਦੁਸ਼ਮਣ ਦੱਸੇਗਾ ਵੀ ਤੂੰ ਹੈ ਕੀ, ਤੇਰੇ ਔਗੁਣ ਦੱਸੇਗਾ, ਕਰੋੜ ਕੇ ਦੱਸੇਗਾ। ਸਾਥੀਆਂ ਨੇ ਤਾਂ ਤੇਰੀਆਂ ਤਾਰੀਫਾਂ ਹੀ ਕਰਨੀਆਂ। ਵਜ਼ੀਰ ਖਾਂ ਦੁਸ਼ਮਣ ਨਹੀਂ ਹੈ, ਪਰ ਵਜ਼ੀਰ ਖਾਂ ਸਤਿਗੁਰੂ ਦਾ ਸਿੱਖ ਹੈ। ਉਹਨੂੰ ਜਹਾਂਗੀਰ ਨੂੰ ਵਿਖਾਉਣਾ ਪਿਆ ਪਿਛਲਾ ਪਾਸਾ ਸਾਰਾ ਜੀ। ਹਾਂਜੀ, ਕਰਹੁ ਪ੍ਰਸੰਨ ਲਿਹੋ ਬਰ ਆਛੇ। ਕਹਿਣ ਲੱਗਾ ਬਾਦਸ਼ਾਹ ਤੁਹਾਨੂੰ ਤੇ ਚਾਹੀਦਾ ਗੁਰੂ ਹਰਗੋਬਿੰਦ ਸਾਹਿਬ ਨੂੰ ਖੁਸ਼ ਕਰਕੇ ਤੇ ਵਰ ਲਵੋ। ਹਾਂਜੀ, ਪੂਰੇ ਗੁਰੂ ਮਨੋਰਥ ਬਾਂਝੇ। ਉਹ ਜਿਨ੍ਹਾਂ ਨੂੰ ਤੁਸੀਂ ਗਵਾਲੀਅਰ ਦੇ ਕਿਲੇ 'ਚ ਪਾਇਆ, ਉਹ ਬੜੇ ਵੱਡੇ ਨੇ, ਬੜੇ ਵੱਡੇ ਨੇ। ਪੂਰਨ ਗੁਰੂ ਨੇ
ਉਹਨਾਂ ਕੋਲੋਂ ਜੋ ਮੰਗੋ ਮਿਲਦਾ, ਤੁਸੀਂ ਕਿਹਨਾਂ ਦੇ ਮਗਰ ਲੱਗ ਗਏ ਹੋ? ਹਾਂਜੀ। ਜਹਾਂਗੀਰ ਸੁਨ ਬਹੁਤ ਪ੍ਰਸੰਨ, ਤੇ ਜਹਾਂਗੀਰ ਸੁਣ ਕੇ ਖੁਸ਼ ਹੋ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਸੱਚੀ ਗੱਲ ਜੋ ਸੁਣੀ ਦੀ ਉਹਨੇ। ਹਾਂਜੀ। ਕਹੇ ਵਜ਼ੀਰ ਖਾਂ ਕੋ ਧਨ ਧਨ, ਜਹਾਂਗੀਰ ਵਜ਼ੀਰ ਖਾਂ ਨੂੰ ਕਹਿੰਦਾ ਤੂੰ ਧਨ ਹੈਗਾ, ਕਹਿਣ ਲੱਗਾ ਤੂੰ ਧਨ ਹੈ, ਮੈਨੂੰ ਸੱਚ ਸੱਚ ਸਾਰੀ ਗੱਲ ਦੱਸ ਦਿੱਤੀ। ਹਾਂਜੀ। ਦੀਨੋ ਬਹੁ ਮੋਲਾ ਸਿਰ ਪਾਏ, ਉਹ ਫਿਰ ਖੁਸ਼ ਹੋ ਗਏ ਨਾ ਜੀ। ਉਹਨੇ ਖੁਸ਼ ਹੋ ਕੇ ਜਹਾਂਗੀਰ ਨੇ ਵਜ਼ੀਰ ਖਾਂ ਨੂੰ ਸਰੋਪਾ ਦਿੱਤਾ ਜੀ, ਵੀ ਤੂੰ ਸੱਚ ਬੋਲਿਆ। ਬਾਕੀ ਤੇ ਚੁਗਲੀਆਂ ਹੀ ਕਰਦੇ ਰਹਿੰਦੇ ਆ। ਸਾਡੇ ਵਡੇਰੇ ਗੁਰੂ ਘਰ ਦੇ ਸ਼ਰਧਾਲੂ ਰਹੇ ਆ ਤੇ ਮੈਂ ਐਵੇਂ ਹੀ ਇਹਨਾਂ ਦੇ ਮਗਰ ਲੱਗਾ। ਹਾਂਜੀ। ਪੰਚ ਸਹੰਸਰ ਤਨ ਮੰਗਵਾਏ, ਤੇ ਕੱਲਾ ਸਰੋਪਾ ਹੀ ਨਹੀਂ ਦਿੱਤਾ, 5000 ਰੁਪਇਆ ਨਾਲ ਦਿੱਤਾ ਜੀ ਉਹਨੇ ਜੀ। ਹਾਂਜੀ। ਉਚਰੀ ਬਾਤ ਅਪੂਰਬ ਨੀਕੀ, ਹਾਂਜੀ। ਮਹਿਤ ਸੁਖਦ ਸਦ ਹੀ ਪ੍ਰਿਯ ਜੀ ਕੀ। ਤੂੰ ਬਹੁਤ ਸੋਹਣੀ ਗੱਲ ਕੀਤੀ ਹੈ, ਇਸ ਗੱਲ ਨੇ ਮੇਰਾ ਮਨ ਸੁਖੀ ਕਰ ਦਿੱਤਾ। ਬਿਨੈ ਕਰਹੁ ਅਬ ਲੈ ਕਰ ਆਬ ਹੋ, ਤੇ ਹੁਣ ਤੂੰ ਮਹਾਰਾਜ ਨੂੰ ਬੇਨਤੀ ਕਰ ਤੇ ਮਹਾਰਾਜ ਦਿੱਲੀ ਆਉਣ ਸੱਚੇ ਪਾਤਸ਼ਾਹ। ਹਾਂਜੀ। ਬਿਨਾ ਬਿਲਮ ਗੁਰ ਨਿਕਟ ਸਦਾਵ ਹੋ, ਬਿਨਾਂ ਦੇਰ ਕੀਤਿਆਂ ਛੇਤੀ ਤੋਂ ਛੇਤੀ ਮਹਾਰਾਜ ਦੇ ਕੋਲ ਚਲੇ ਜਾ। ਹਜ਼ਰਤ ਰੁਖ ਵਜ਼ੀਰ ਖਾਂ ਹੇਰ, ਚੜ ਤੁਰੰਗ ਗਮਨਿਓ ਬਿਨ ਦੇਰ। ਗੱਜ ਕੇ ਆਖੋ ਵਾਹਿਗੁਰੂ। ਕਹਿੰਦਾ ਦੂਜੀ ਗੱਲ ਇਹ ਵੀ ਹੈਗੀ ਹੈ, ਜੇ ਤੂੰ ਨਾ ਗਿਆ, ਮਹਾਰਾਜ ਨਾ ਆਏ, ਸ਼ੇਰਾਂ ਨੇ ਮੈਨੂੰ ਖਾ ਜਾਣਾ ਹੀ, ਕਹਿਣ ਲੱਗਾ ਉਹਨਾਂ ਨਹੀਂ ਮੈਨੂੰ ਛੱਡਣਾ। ਵਜ਼ੀਰ ਖਾਂ ਛੇਤੀ ਘੋੜੇ ਤੇ ਚੜਿਆ ਤੇ ਗਵਾਲੀਅਰ ਵੱਲ ਨੂੰ ਮੁੱਖ ਕੀਤਾ ਜੀ। ਉਧਰ ਹਾਂਜੀ। ਜੇ ਕੈਦੀ ਮਹਿ ਪਾਲਕ ਸਾਰੇ, ਉਹ ਗਵਾਲੀਅਰ ਚ ਜਿਹੜੇ ਕੈਦੀ ਰਾਜੇ ਸਨ ਨਾ, ਹਾਂਜੀ, ਸੁਨੀ ਸ਼ਾਹੋ ਨੇ ਗੁਰੂ ਹਕਾਰੇ, ਉਹਨਾਂ ਨੂੰ ਪਤਾ ਲੱਗਾ ਵੀ ਬਾਦਸ਼ਾਹ ਨੇ ਮਹਾਰਾਜ ਨੂੰ ਸੱਦ ਲਿਆ। ਹਾਂਜੀ। ਚਿੰਤਾ ਤੁਰ ਔਰ ਵਿਆਕੁਲ ਹੋਏ, ਉਹਨਾਂ ਰਾਜਿਆਂ ਨੂੰ ਚਿੰਤਾ ਲੱਗ ਗਈ ਜੀ, ਸਾਰਿਆਂ ਨੂੰ। ਹਾਂਜੀ। ਛੋਰ ਧੀਰ ਮਨ ਸ਼ੋਕ ਭਰੋਏ, ਉਹ ਵਿਚਾਰੇ ਸ਼ੋਕ ਚ ਪਰੋਏ ਗਏ ਜੀ ਉਹਨਾਂ ਦੇ ਮਨ। ਇਹ ਕੀ ਬਣ ਗਿਆ? ਮਹਾਰਾਜ ਇੱਥੋਂ ਚਲੇ ਜਾਣਗੇ। ਹਾਂਜੀ। ਹੋਏ ਇਕੱਤਰ ਸਗਰੇ ਚਲ ਆਏ, ਹਾਂਜੀ। ਕਰ ਦਰਸ਼ਨ ਪਾਇਨ ਲਪਟਾਏ। ਸਾਰੇ ਰਾਜੇ ਇਕੱਠੇ ਹੋਏ ਤੇ ਇਕੱਠੇ ਹੋ ਕੇ ਸਤਿਗੁਰਾਂ ਦੇ ਚਰਨੀ ਪੈ ਗਏ ਜੀ। ਆ ਕੇ ਛੇਤੀ ਛੇਤੀ ਪੜ ਦਿਓ। ਦੋ ਕਰ ਜੋਰ ਅਗਾਰੀ ਖਰੇ, ਸਾਰੇ ਰਾਜੇ ਮੱਥਾ ਟੇਕ ਕੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਦੇ ਸਾਹਮਣੇ ਖਲੋ ਗਏ। ਆਪਾਂ ਵੀ ਜੋੜੀਏ ਹੱਥ ਸਾਰੇ ਹੀ, ਚੰਗੀ ਤਰ੍ਹਾਂ ਜੋੜਿਆ ਕਰੋ, ਪਤਾ ਲੱਗੇ ਦੋਵੇਂ ਹੱਥ ਜੋੜੇ। ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਨਮਰ ਹੋਏ ਕਿਨ ਸਿਰ ਧਰ ਧਰੇ, ਕਈ ਤੇ ਬਹੁਤੇ ਨਿਮਰਤਾ ਵਿੱਚ ਆ ਕੇ ਸਿਰ ਧਰਤੀ ਤੇ ਰੱਖ ਲਿਆ ਕਈਆਂ ਨੇ ਜੀ। ਹਾਂਜੀ। ਦੀਨ ਬਚਨ ਘਿਗ ਆਵਤ ਕੋਈ, ਤੇ ਬਹੁਤ ਗਲਾ ਭਰਿਆ ਤੇ ਬਹੁਤੀ ਗਰੀਬੀ ਨਾਲ ਨਿਮਰਤਾ ਨਾਲ ਕਹਿਣ ਲੱਗੇ, ਸ੍ਰੀ ਗੁਰ ਤੁਮ ਤੇ ਬੜੋ ਨ ਹੋਈ। ਹੇ ਸੱਚੇ ਪਾਤਸ਼ਾਹ, ਅਸੀਂ ਵੀ ਰਾਜੇ ਹਾਂ, ਸਾਨੂੰ ਪਤਾ ਹੈ ਇਸ ਸੰਸਾਰ ਵਿੱਚ ਤੁਹਾਡੇ ਤੋਂ ਵੱਡਾ ਕੋਈ ਨਹੀਂ ਹੈਗਾ। ਕਹਿਣ ਲੱਗੇ ਸਭ ਤੇ ਵੱਡਾ ਸਤਿਗੁਰੂ ਨਾਮ। ਹਾਂਜੀ। ਕੋ ਹਮ ਕੋ ਕਬ ਆਨ ਛੁਟਾਵੇ, ਕੋ ਹਮ ਕੋ ਕਬ ਆਨ ਛੁਡਾਵੇ, ਕੋਈ ਸਾਨੂੰ ਆ ਹੀ ਨਹੀਂ ਸਕਦਾ ਇੱਥੇ ਛਡਾਉਣ ਵਾਸਤੇ। ਹਾਂਜੀ। ਰਛਕ ਤੁਮ ਬਿਨ ਅਪਰ ਨ ਪਾਵੇ, ਤੁਹਾਡੇ ਤੋਂ ਬਗੈਰ ਹੋਰ ਦੂਜਾ ਕੋਈ ਨਹੀਂ ਹੈਗਾ ਸਾਡੀ ਰਾਖੀ ਕਰਨ ਵਾਲਾ। ਹਾਂਜੀ। ਸ਼੍ਰੀ ਕਰਤਾਲ ਕਿਰਪਾਲ ਕਹੰਤੇ, ਮਹਾਰਾਜ ਸੱਚੇ ਪਾਤਸ਼ਾਹ ਲੋਕ ਤੁਹਾਨੂੰ ਕਰਤਾਰ ਕਹਿੰਦੇ ਆ, ਲੋਕ ਤੁਹਾਨੂੰ ਕਿਰਪਾਲੂ ਕਹਿੰਦੇ ਆ। ਤਿੰਨ ਸਰੂਪ ਹਮ ਤੁਮਹੇ ਲਖੰਤੇ, ਲੋਕ ਜਿਸ ਰੱਬ ਨੂੰ ਕਰਤਾਰ ਤੇ ਕਿਰਪਾਲੂ ਕਹਿੰਦੇ ਆ, ਉਹ ਰੱਬ ਅਸੀਂ ਤੁਹਾਡੇ 'ਚ ਹੀ ਵੇਖਿਆ। ਤੁਸੀਂ ਉਹ ਰੱਬ ਹੋ ਮਹਾਰਾਜ। ਹਾਂਜੀ। ਸ਼ਰਨ ਪਰੇ ਕੀ ਲਾਜ ਨਿਭਾਹੋ, ਤੇ ਹੁਣ ਅਸੀਂ ਤੁਹਾਡੀ ਸ਼ਰਨ 'ਚ ਪੈ ਗਏ ਆ ਸਾਰੇ, ਸਾਡੀ ਲਾਜ ਰੱਖੋ। ਦਾਨ ਭੈਤਾ ਦੇਹੋ ਉਤਸਾਹੋ, ਤੇ ਮਹਾਰਾਜ ਸਾਨੂੰ ਵੀ ਉਤਸ਼ਾਹਿਤ ਕਰੋ, ਸਾਨੂੰ ਵੀ ਦਾਨ ਦਿਓ। ਹਾਂਜੀ। ਦੀਨਨ ਪਰ ਦਿਆਲੂ ਕੀ ਬਾਨ,
ਬਿਰਧ ਗਰੀਬ ਨਿਵਾਜ ਮਹਾਨ। ਮਹਾਰਾਜ ਲੋਕ ਤੁਹਾਨੂੰ ਗਰੀਬ ਨਵਾਜ ਕਹਿੰਦੇ ਆ, ਗਰੀਬਾਂ ਤੇ ਦਇਆ ਕਰਨ ਵਾਲੇ, ਮਿਹਰ ਕਰਨ ਵਾਲੇ ਕਹਿੰਦੇ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਹਾਂਜੀ ਬਿਨ ਗੁਣ ਗਜ ਅਰਾਧ ਨਾ ਕਰੀ, ਹਾਂਜੀ ਨਗਰ ਚਰਨ ਧਾਏ ਪ੍ਰਭ ਹਰੀ। ਸੱਚੇ ਪਾਤਸ਼ਾਹ ਅਸੀਂ ਤੇ ਉਸ ਹਾਥੀ ਵਰਗੇ ਹੈਗੇ ਆ। ਹਾਥੀ 'ਚ ਕੋਈ ਗੁਣ ਥੋੜੀ ਹੀਗਾ। ਜਦੋਂ ਤੰਦੂਏ ਨੇ ਉਹਨੂੰ ਫੜਿਆ ਤੇ ਹਾਥੀ ਨੇ ਆਵਾਜ਼ ਮਾਰੀ ਪਰਮੇਸ਼ਰ ਨੂੰ, ਤੇ ਪਰਮੇਸ਼ਰ ਨੰਗੇ ਚਰਨ ਉਹਦੀ ਮਦਦ ਕਰਨ ਵਾਸਤੇ ਆਏ। ਹਾਂਜੀ ਸ਼੍ਰੀ ਗੁਰ ਸਰਬ ਭਾਂਤ ਸਮਰੱਥ। ਉਹੋ ਹੀ ਤੁਸੀਂ ਜੇ ਮਹਾਰਾਜ, ਤੁਸੀਂ ਸਮਰੱਥ ਹੋ ਗੁਰੂ ਹਰਗੋਬਿੰਦ ਸਾਹਿਬ ਜੀ। ਹਾਂਜੀ ਭੰਜਨ ਰਚਨ ਆਪ ਕੇ ਹੱਥ। ਤੁਸੀਂ ਮਹਾਰਾਜ ਭੰਜਨ ਭਾਵ ਭੰਜਨ ਵਾਲੇ ਤੇ ਰਚਣ ਵਾਲੇ, ਮਾਰਨ ਵਾਲੇ ਤੇ ਪੈਦਾ ਕਰਨ ਵਾਲੇ ਤੁਸੀਂ ਹੀ ਹੋ। ਤੁਮ ਤੇ ਹੋਏ ਹਮ ਕੈਦ ਖਲਾਸੀ। ਸੱਚੇ ਪਾਤਸ਼ਾਹ ਤੁਸੀਂ ਚੱਲੇ ਹੋ, ਮਹਾਰਾਜ ਸਾਨੂੰ ਵੀ ਲੈ ਕੇ ਜਾਇਓ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸਾਨੂੰ ਨਹੀਂ ਜੇ ਕਿਸੇ ਨੇ ਛਡਾਉਣਾ, ਅਸੀਂ ਮਰ ਜਾਣਾ ਜੇ ਇੱਥੇ। ਮਹਾਰਾਜ ਤੁਹਾਡੇ ਤੋਂ ਬਗੈਰ ਕੌਣ ਸਾਡੀ ਖਲਾਸੀ ਕਰਾ ਸਕਦਾ ਹੈ। ਅਪਰ ਸਭੇ ਨੇ ਤੇ ਭਏ ਨਿਰਾਸੀ। ਸਾਰਿਆਂ ਨੂੰ ਮਨ ਮਨ ਅਰਦਾਸਾਂ ਕਰ ਕਰਕੇ ਵੇਖ ਲਿਆ, ਨਿਰਾਸ਼ ਹੋ ਗਏ ਆ। ਇਸ ਦੁਨੀਆ ਵਿੱਚ ਸਾਡੀ ਕਿਸੇ ਨੇ ਸਹਾਇਤਾ ਨਹੀਂ ਕੀਤੀ। ਹਾਂਜੀ ਬੈਸ ਬਿਤਾਏ ਬੀਚ ਹੀ ਮਰੈ। ਉਮਰਾਂ ਪੂਰੀਆਂ ਹੋ ਜਾਣਗੀਆਂ, ਇੱਥੇ ਹੀ ਮਰ ਜਾਣਾ ਸੱਚੇ ਪਾਤਸ਼ਾਹ। ਨਹੀਂ ਤੇ ਅਸੀਂ ਤੁਮ ਤੇ ਛੁਟ ਹੈ ਆਸ ਹਮ ਤੇ ਤਰੈ। ਸਾਨੂੰ ਇੱਕੋ ਹੀ ਆਸ ਹੈ ਸੱਚੇ ਪਾਤਸ਼ਾਹ, ਤੁਸੀਂ ਸਾਨੂੰ ਛੁਡਾ ਸਕਦੇ ਹੋ। ਹਾਂਜੀ ਇਤਿਆਦਿਕ ਕਹਿ ਬਿਨੈ ਵਡੇਰੀ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਬਹੁਤੀ ਨਿਮਰਤਾ ਨਾਲ ਰੋ ਰੋ ਕੇ 52 ਰਾਜੇ ਜਿਹੜੇ ਆ ਉਹ ਤਰਲੇ ਲੈਣ ਲੱਗੇ, ਬੇਨਤੀਆਂ ਕਰਨ ਲੱਗੇ। ਕਿਰਪਾ ਦ੍ਰਿਸ਼ਟ ਸੁਨ ਸਤਿਗੁਰ ਹੇਰੀ। ਸੱਚੇ ਪਾਤਸ਼ਾਹ ਜੀ ਨੇ ਸੁਣ ਕੇ ਮਿਹਰ ਦੀ ਦ੍ਰਿਸ਼ਟੀ ਨਾਲ ਸਾਰਿਆਂ ਵੱਲ ਵੇਖਿਆ। ਆਖੋ ਵਾਹਿਗੁਰੂ ਵਾਹਿਗੁਰੂ। ਆਪਾਂ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਹੱਥ ਜੋੜ ਕੇ ਆਖੀਏ ਵਾਹਿਗੁਰੂ ਵਾਹਿਗੁਰੂ। ਮਹਾਰਾਜ ਨੇ ਮਿਹਰ ਦੀ ਦ੍ਰਿਸ਼ਟੀ ਕੀਤੀ ਸਾਰੇ ਰਾਜਿਆਂ ਤੇ। ਹਾਂਜੀ ਦਈ ਧੀਰ ਜੇਤੇ ਨਰਨਾਥ। ਜਿੰਨੇ ਰਾਜੇ ਸਨ ਸਤਿਗੁਰੂ ਸਾਰਿਆਂ ਨੂੰ ਧੀਰਜ ਦੇਣ ਲੱਗੇ। ਤੁਮ ਕੋ ਰਾਖੇਂਗੇ ਹਮ ਸਾਥ। ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿੰਦੇ ਚਿੰਤਾ ਨਾ ਕਰੋ, ਤੁਹਾਨੂੰ ਨਾਲ ਹੀ ਰੱਖਾਂਗੇ। ਕਹਿਣ ਲੱਗੇ ਜਾਣ ਨਹੀਂ ਦਿੰਦੇ, ਆਪਣੇ ਕੋਲ ਰੱਖਾਂਗੇ। ਹਾਂਜੀ ਸੰਗ ਲੈ ਸਭ ਨਿਕਸਨ ਕਰੈ। ਮਹਾਰਾਜ ਕਹਿੰਦੇ ਤੁਹਾਡੇ ਨਾਲ ਬਚਨ ਕਰਦੇ ਆ, ਅਸੀਂ ਉਦੋਂ ਹੀ ਕਿਲੇ ਚੋਂ ਬਾਹਰ ਜਾਵਾਂਗੇ ਜਦੋਂ ਤੁਸੀਂ ਸਾਡੇ ਨਾਲ ਜਾਓਗੇ। ਕਹਿਣ ਲੱਗੇ ਤੁਹਾਨੂੰ ਨਾਲ ਹੀ ਲੈ ਕੇ ਬਾਹਰ ਜਾਵਾਂਗੇ। ਨ ਤੋ ਹਮ ਭੀ ਇਸ ਹੀ ਥਲ ਥਿਰੈ। ਨਾ ਤਾਂ ਹਮ ਵੀ ਇਸ ਥਲ ਹੀ ਥਿਰੈ, ਨਹੀਂ ਤੇ ਮਹਾਰਾਜ ਕਹਿੰਦੇ ਤੁਸੀਂ ਵੀ ਇੱਥੇ ਰਹੋਗੇ ਤੇ ਅਸੀਂ ਵੀ ਇੱਥੇ ਰਵਾਂਗੇ, ਕੋਈ ਨਹੀਂ ਬਾਹਰ ਜਾਏਗਾ। ਕਹਿਣ ਲੱਗੇ ਹਾਂਜੀ ਕਰ ਹੈ ਸਭ ਕੀ ਬੰਦ ਖਲਾਸ। ਤੁਹਾਡੇ ਸਾਰਿਆਂ ਦੀ ਬੰਦ ਖਲਾਸੀ ਕਰਾਵਾਂਗੇ, ਆਜ਼ਾਦੀ ਕਰਾਵਾਂਗੇ। ਸਿਮਰੋ ਸਤਨਾਮ ਸੁਖ ਰਾਸ। ਬਸ ਤੁਸੀਂ ਜਿੱਥੇ ਜਿੱਥੇ ਹੈਗੇ ਤੇ ਉੱਥੇ ਉੱਥੇ ਬੈਠ ਕੇ ਵਾਹਿਗੁਰੂ ਜੀ ਦਾ ਭਜਨ ਕਰੋ, ਸਿਮਰਨ ਕਰੋ। ਸਿਮਰਨ ਤੇ ਬੰਦਾ ਕਰਦਾ ਨਹੀਂ ਜੀ। ਹਾਂਜੀ ਸੁਨਤ ਨਿਰੰਦਰ ਬਿਲੰਦ ਆਨੰਦੇ। ਉਹ ਰਾਜਿਆਂ ਨੇ ਜਦੋਂ ਸੁਣਿਆ ਤੇ ਸਾਰੇ ਰਾਜੇ ਆਨੰਦ ਵਿੱਚ ਹੋ ਗਏ ਜੀ। ਹਾਂਜੀ ਅਟਲ ਬਚਨ ਜਗ ਬੰਦ ਮੁਕੰਦੇ। ਅਟਲ ਬਚਨ ਜਗ ਬੰਦ ਮੁਕੰਦੇ। ਕਹਿੰਦੇ ਮਹਾਰਾਜ ਦੇ ਬਚਨ ਅਟਲ ਹੁੰਦੇ ਨੇ, ਜੋ ਮਹਾਰਾਜ ਕਹਿਣ ਉਹ ਪੂਰਾ ਕਰਦੇ ਆ। ਹਾਂਜੀ ਭਈ ਖੁਸ਼ੀ ਜਨ ਨਿਕਰੇ ਕੈਦ। ਬੈਠੇ ਛੂਟਨ ਤਾਰ ਉਮੈਦ। ਛੁੱਟਣ ਦੀ ਉਮੀਦ ਲੈ ਕੇ ਉਹ ਬੈਠ ਗਏ ਕਿ ਮਹਾਰਾਜ ਨੇ ਬਚਨ ਕੀਤਾ, ਹੁਣ ਅਸੀਂ ਛੁੱਟਾਂਗੇ ਹੀ ਛੁੱਟਾਂਗੇ। ਸਾਧ ਸੰਗਤ ਜੀ ਉਹ ਰਾਜਿਆਂ ਨੂੰ ਧੀਰਜ ਮਿਲ ਗਿਆ। ਉਧਰ ਜਹਾਂਗੀਰ ਛੱਡਣ ਵਾਸਤੇ ਤਿਆਰ ਨਹੀਂ ਹੁੰਦਾ ਰਾਜਿਆਂ ਨੂੰ, ਪਰ ਮਹਾਰਾਜ ਨੇ ਕਹਿਣਾ ਅਸੀਂ ਜਾਣਾ ਨਹੀਂ ਉਹਨਾਂ ਚਿਰ ਤੱਕ ਜਿੰਨਾ ਚਿਰ ਤੱਕ ਰਾਜੇ ਨਹੀਂ ਛੱਡਦਾ। ਸੋ ਅੱਗੋਂ ਜੋ ਹੋਏਗਾ ਦਾਤਾ ਬੰਦੀ ਛੋੜ, ਉਹ ਇਤਿਹਾਸ ਆਪਾਂ ਅਗਲੇ ਦਿਨਾਂ ਦੇ ਵਿੱਚ ਸਰਵਣ ਕਰਾਂਗੇ। ਸਾਧ ਸੰਗਤ ਦੀ 7 ਤਰੀਕ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਹੈ। ਸ਼ਾਮ ਦੇ ਦੀਵਾਨਾਂ ਵਿੱਚ ਮਨਾਇਆ ਜਾਏਗਾ। ਵੱਧ ਚੜ੍ਹ ਕੇ ਸਾਰੀਆਂ ਸੰਗਤਾਂ ਹਾਜ਼ਰੀਆਂ ਭਰ ਕੇ ਖੁਸ਼ੀਆਂ ਪ੍ਰਾਪਤ ਕਰਿਓ। ਜਪੋ ਨਾਮ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਜਣ